Hello, everybody. Are we live? Yes, we are live. Okay. Alrighty. Again, ਮੈਂ ਥੋੜੀ ਲੇਟ ਆ ਪਰ ਜਿਵੇਂ ਕਿ ਆਪਾਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਕਿ ਇਹ ਐਡਿਕਸ਼ਨ ਕੋਰਸ ਚੱਲਦਾ ਰਹੇ ਐਂਡ ਅਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਨੂੰ ਐਡਿਕਸ਼ਨ ਦੇ ਪ੍ਰਤੀ ਦੇ ਸਕੀਏ ਇਸ ਕੋਰਸ ਦੇ ਦੁਆਰਾ ਸੋ ਥੈਂਕ ਯੂ ਤੁਹਾਡੇ ਸਾਰਿਆਂ ਦੇ ਮੈਸੇजेस ਵਾਸਤੇ ਐਂਡ ਤੁਹਾਡੇ ਕਮੈਂਟਸ ਵਾਸਤੇ ਸਾਡੀ ਕੋਸ਼ਿਸ਼ ਇਹ ਹੈ ਕਿ ਜਿੰਨਾ ਵੀ ਅਸੀਂ ਨੌਲੇਜ ਜਿੰਨੀ ਵੀ ਅਸੀਂ ਅਵੇਅਰ ਬਣ ਸਕੀਏ ਐਜ਼ ਅ ਕਮਿਊਨਿਟੀ ਬਿਕਾਜ਼ ਅਗੇਨ ਜਿਵੇਂ ਕਿ ਹਰ ਮਾਨਸਿਕ ਦੀ ਤਰ੍ਹਾਂ ਇੱਕ ਜਿਹੜਾ ਐਡਿਕਸ਼ਨ ਆ ਉਹ ਇੱਕ ਸਿਰਫ ਅਸੀਂ ਇੱਕ ਇਨਸਾਨ ਦੀ ਸੋਚ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਅਸੀਂ ਹਰ ਇਨਸਾਨ ਦੀ ਸੁਸਾਇਟੀ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜਿਹੜੇ ਲੋਕ ਇਸ ਐਡਿਕਸ਼ਨ ਦੇ ਵਿੱਚ ਸਫਰ ਕਰਦੇ ਆ ਉਹ ਇਸ ਚੀਜ਼ ਚੋਂ ਬਾਹਰ ਨਿਕਲਣ ਐਂਡ ਉਹ ਆਪਦੇ ਆਪ ਦੀ ਮਦਦ ਆਲੇ ਦੁਆਲੇ ਉਹਨਾਂ ਨੂੰ ਮਦਦ ਮਿਲ ਸਕੇ ਸੋ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਜਿਵੇਂ ਕਿ ਸਾਡੀਆਂ ਦੂਸਰੀਆਂ ਵੀਡੀਓਜ਼ ਲਾਈਵ ਵੀਡੀਓਜ਼ ਵੀ ਅਸੀਂ ਕਰਦੇ ਹਾਂ ਜੇ ਤੁਹਾਡਾ ਕੋਈ ਕੁਐਸਚਨ ਹੋਵੇ ਐਂਡ ਤੁਸੀਂ ਚਾਹੁੰਦੇ ਆ ਕਿ ਲਾਈਵ ਸੈਸ਼ਨ ਦੇ ਰਾਹੀਂ ਤੁਹਾਡਾ ਕੁਐਸਚਨ ਆਨਸਰ ਦਿੱਤਾ ਜਾਵੇ ਅਸੀਂ ਤੁਹਾਡੀ ਕੌਨਫੀਡੈਂਸ਼ੀਅਲਿਟੀ ਨਹੀਂ ਲੀਕ ਕਰਾਂਗੇ ਤੁਹਾਡਾ ਨਾਮ ਨਹੀਂ ਆਊਗਾ ਪਰ ਅਸੀਂ ਉਸ ਕੁਐਸਚਨ ਦਾ ਆਨਸਰ ਅਸੀਂ ਆਪਣੀ ਲਾਈਵ ਵੀਡੀਓ ਦੇ ਵਿੱਚ ਦੇ ਸਕਦੇ ਹੋ ਸੋ ਪਲੀਜ਼ ਕੋਈ ਵੀ ਤੁਹਾਡਾ ਹੋਵੇ ਤੁਸੀਂ ਕੁਐਸਚਨ ਮੈਸੇਜ ਕਰ ਸਕਦੇ ਹੋ ਐਂਡ ਅਸੀਂ ਲਾਈਵ ਵੀਡੀਓ ਦੇ ਥਰੂ ਤੁਹਾਨੂੰ ਟਿਪਸ ਐਂਡ ਗਾਈਡਲਾਈਨਸ ਦੇ ਸਕਦੇ ਹਾਂ ਉਸ ਟੌਪਿਕ ਦੇ ਉੱਤੇ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਸਾਡੇ ਸਰੀਰ ਦੇ ਜਿਹੜੇ ਮਾਨਸਿਕ ਤੱਤ ਆ ਸੋ ਫॉर ਐਗਜ਼ਾਮਪਲ ਜਿਵੇਂ ਤੁਸੀਂ ਆਪਾਂ ਫਿਜ਼ੀਕਲ ਬਾਡੀ ਦੇ ਕਈ ਦਾ ਨਿਊਟ੍ਰੀਐਂਟਸ ਖਾਈਦੇ ਆ ਪ੍ਰੋਟੀਨਸ ਵਿਟਾਮਿਨਸ ਅਸੀਂ ਸਾਰੀਆਂ ਉਹ ਚੀਜ਼ਾਂ ਲੈਂਦੇ ਆ ਬਿਕਾਜ਼ ਸਾਨੂੰ ਲੱਗਦਾ ਕਿ ਸਾਡੇ ਉਹ ਸਰੀਰ ਦੇ ਲਈ ਸਾਡੀ ਇੱਕ ਬਾਡੀ ਵਧੀਆ ਫੰਕਸ਼ਨ ਕਰਨ ਵਾਸਤੇ ਸਾਨੂੰ ਉਹਨਾਂ ਦੀ ਲੋੜ ਆ ਸਾਨੂੰ ਉਹਨਾਂ ਮਾਨਸਿਕ ਤੱਤਾਂ ਦੀ ਲੋੜ ਆ ਸਾਨੂੰ ਸਾਨੂੰ ਸਰੀਰਕ ਤੱਤਾਂ ਦੀ ਲੋੜ ਆ ਸਾਨੂੰ ਨਿਊਟ੍ਰੀਐਂਟਸ ਦੀ ਲੋੜ ਆ ਸੋ ਇਸੇ ਹੀ ਤਰ੍ਹਾਂ ਸਾਡੇ ਮਾਨਸਿਕ ਤੱਤ ਨੇ ਜਿਨ੍ਹਾਂ ਦੀ ਸਾਨੂੰ ਲੋੜ ਆ ਜਿਨ੍ਹਾਂ ਦੀ ਖੁਰਾਕ ਦੀ ਸਾਨੂੰ ਲੋੜ ਆ ਐਂਡ ਅਸੀਂ ਅਸੀਂ ਇਸ ਕਰਕੇ ਅਸੀਂ ਵਧੀਆ ਖਾਣਾ ਖਾਂਦੇ ਹਾਂ ਅਸੀਂ ਵਧੀਆ ਨਿਊਟ੍ਰੀਐਂਟਸ ਵਾਲਾ ਖਾਣਾ ਖਾਂਦੇ ਹਾਂ ਤਾਂ ਜੋ ਸਾਡੇ ਸਰੀਰ ਦੇ ਜਿਹੜੇ ਸਾਰੇ ਤੱਤ ਆ ਉਹਨੂੰ ਮਿਲਦੇ ਹੋਣ ਉਹ ਮਿਲ ਸਕਣ ਸੋ ਇਵੇਂ ਇੱਕ ਮਾਨਸਿਕਤਾ ਦੇ ਵੀ ਤੱਤ ਹੁੰਦੇ ਹਨ ਅੱਜ ਅਸੀਂ ਉਹ ਗੱਲ ਕਰਾਂਗੇ ਕਿ ਉਹ ਸਾਡੇ ਤੱਤ ਕਿਵੇਂ ਪੂਰੇ ਹੁੰਦੇ ਆ ਸੋ ਫॉर ਐਗਜ਼ਾਮਪਲ ਨਾਰਮਲੀ ਹੁੰਦਾ ਕੀ ਹੈ ਕਿ ਜਿਹੜੇ ਐਡਿਕਸ਼ਨ ਦੇ ਵਿੱਚ ਲੋਕ ਹੁੰਦੇ ਆ ਉਹ ਆਪਦੇ ਮਾਨਸਿਕ ਤੱਤ ਇੱਕ ਡਰੱਗ ਜਾਂ ਇੱਕ ਨਸ਼ੇ ਦੇ ਰਾਹੀਂ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖੋ ਜਿਹੜੇ ਨਸ਼ੇ ਆ ਜਾਂ ਡਰੱਗਸ ਆ ਇਹਨਾਂ ਦਾ ਮਕਸਦ ਇਹੀ ਆ ਕਿਉਂਕਿ ਉਹ ਖਾ ਕੇ ਉਹ ਆਪਦੇ ਅੰਦਰ ਉਹੀ ਚੀਜ਼ਾਂ ਤੱਤ ਟ੍ਰਿਗਰ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਕਿ ਸਾਨੂੰ ਨੈਚੁਰਲੀ ਕੁਦਰਤੀ ਸਾਨੂੰ ਮਿਲਣੇ ਚਾਹੀਦੇ ਆ ਸਾਡੇ ਲਾਈਫ ਸਟਾਈਲ ਦਾ ਹਿੱਸਾ ਹੋਣੇ ਚਾਹੀਦੇ ਆ ਜੇ ਫॉर ਐਗਜ਼ਾਮਪਲ ਤੁਸੀਂ ਵੈਜੀਟੇਬਲਸ ਖਾਂਦੇ ਆ ਇਹ ਤੁਹਾਡੀ ਲਾਈਫ ਸਟਾਈਲ ਦਾ ਹਿੱਸਾ ਹੋਣੇ ਚਾਹੀਦੇ ਤੁਹਾਡੀ ਬਾਡੀ ਐਵਰੀ ਡੇ ਤੁਹਾਡੀ ਮੀਲ ਦਾ ਹਿੱਸਾ ਹੋਣਾ ਚਾਹੀਦਾ ਤੁਹਾਡੇ ਵੈਜੀਟੇਬਲਸ ਤੁਹਾਡੇ ਫਰੂਟਸ ਤੁਹਾਡਾ ਮਿਲਕ ਜੋ ਵੀ ਤੁਸੀਂ ਜਿੱਤੋਂ ਵੀ ਤੁਹਾਨੂੰ ਨਿਊਟ੍ਰੀਐਂਟਸ ਮਿਲਦੇ ਆ ਸੋ ਇਵੇਂ ਹੀ ਜਿਹੜੀ ਇੱਕ ਮਾਨਸਿਕ ਤੱਤ ਆ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦੇ ਉਹ ਸਾਡੀ ਜ਼ਿੰਦਗੀ ਦਾ ਲਾਈਫ ਸਟਾਈਲ ਹੋਣਾ ਚਾਹੀਦਾ ਉਹ ਤੱਤ ਸਾਨੂੰ ਰੋਜ਼ ਮਿਲਣੇ ਚਾਹੀਦੇ ਆ ਐਂਡ ਆਫਟਰ ਮਿਲਣੇ ਚਾਹੀਦੇ ਆ ਸੋ ਜਿਹੜੇ ਲੋਕ ਐਡਿਕਸ਼ਨ ਤੇ ਡਰੱਗਸ ਦੇ ਵਿੱਚ ਹੁੰਦੇ ਆ ਉਹ ਇਹ ਤੱਤ ਡਰੱਗਸ ਇੱਕ ਅਨਹੈਲਥੀ ਵੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਐਂਡ ਜਿਵੇਂ ਕਿ ਸਾਨੂੰ ਪਤਾ ਲੱਗਦਾ ਕਿ ਜਿੰਨਾ ਉਹ ਬਿਕਾਜ਼ ਉਹ ਅਨਹੈਲਥੀ ਤਰੀਕੇ ਨਾਲ ਇਸ ਤੱਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਉਦੋਂ ਵੀ ਉਹ ਭੁੱਖੇ ਉਦੋਂ ਵੀ ਉਹ ਤੱਤ ਉਹਨਾਂ ਦੀ ਬਾਡੀ ਤੋਂ ਦੂਰ ਜਾਈ ਜਾਂਦੇ ਸੋ ਇਸੇ ਕਰਕੇ ਜਦੋਂ ਅਸੀਂ ਕਈ ਵਾਰ ਐਡਵਾਈਸ ਵੀ ਦਿੰਦੇ ਹਾਂ ਕਿਸੇ ਇਨਸਾਨ ਨੂੰ ਜਿਹੜਾ ਕੋਈ ਡਰੱਗ ਕਰਦਾ ਹੋਵੇ ਨਾ ਅਸੀਂ ਕਹਿੰਦੇ ਛੱਡ ਦੇ ਤੇਰੇ ਸਰੀਰ ਲਈ ਖਰਾਬ ਆ ਤੇਰੇ ਸਰੀਰ ਲਈ ਮਾੜੀਆਂ ਵਾ ਇਹ ਚੀਜ਼ਾਂ ਤੂੰ ਛੱਡਦੇ ਇਹਨੂੰ ਛੱਡਦਾ ਨਹੀਂ ਕਿਉਂ ਨਹੀਂ ਛੱਡਦਾ ਬਿਕਾਜ਼ ਉਹ ਉਹਨਾਂ ਮਾਨਸਿਕ ਤੱਤਾਂ ਬਿਨਾਂ ਅਸੀਂ ਭੁੱਖੇ ਹਾਂ ਸਾਨੂੰ ਉਹ ਲੋੜ ਆ ਐਂਡ ਸਾਡੀ ਮਾਨਸਿਕਤਾ ਨੂੰ ਪਤਾ ਕਿ ਉਹਦੇ ਲਈ ਅਸੀਂ ਭੁੱਖੇ ਹਾਂ ਐਂਡ ਜਦੋਂ ਸਾਨੂੰ ਉਸ ਭੁੱਖ ਨੂੰ ਮੇਟਣ ਲਈ ਜਿਹੜੇ ਲੋਕ ਐਡਿਕਸ਼ਨ ਜਿਹੜੇ ਕੋਈ ਡਰੱਗਸ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਉਹ ਤੱਤ ਯੂਜ਼ ਕਰਦੇ ਅਨਹੈਲਥੀ ਤਰੀਕੇ ਨਾਲ ਯੂਜ਼ ਕਰਦੇ ਸੋ ਅਸੀਂ ਉਹਨਾਂ ਤੱਤਾਂ ਦੀ ਕੋਸ਼ਿਸ਼ ਕਰਾਂਗੇ ਉਹ ਨਿਊਰੋਟ੍ਰਾਂਸਮਿਟਰਸ ਜਿਹੜੇ ਸਾਡੇ ਬਾਡੀ ਦੇ ਵਿੱਚ ਰਿਲੀਜ਼ ਹੁੰਦੇ ਆ ਉਹਨਾਂ ਨੂੰ ਅਸੀਂ ਕਿਵੇਂ ਲੈ ਸਕਦੇ ਹਾਂ ਜੇ ਤੁਸੀਂ ਇਸ ਬਿਮਾਰੀ 'ਚੋਂ ਜੂਝ ਰਹੇ ਆ ਆਈ ਥਿੰਕ ਇਹ ਬਹੁਤ ਵਧੀਆ ਵੀਡੀਓ ਹੋਊਗੀ ਅੱਜ ਜਿਹੜੇ ਟਿਪਸ ਅਸੀਂ ਦੇਵਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਮਾਨਸਿਕ ਤੱਤ ਉਹ ਕਿੰਨਾ ਚੀਜ਼ਾਂ ਤੋਂ ਲੈ ਸਕਦੇ ਆ ਫॉर ਐਗਜ਼ਾਮਪਲ ਜੇ ਤੁਸੀਂ ਨਿਊਟ੍ਰੀਐਂਟਸ ਕਿਸੇ ਆਪਣੇ ਡਾਕਟਰ ਕੋਲ ਜਾਂਦੇ ਆ ਤਾਂ ਉਹ ਤੁਹਾਨੂੰ ਦੱਸਦਾ ਕਿ ਪ੍ਰੋਟੀਨ ਆਹ ਚੀਜ਼ ਖਾਓ ਤੇ ਇਹ 'ਚ ਪ੍ਰੋਟੀਨਸ ਜ਼ਿਆਦੇ ਆ ਇਹ ਚੀਜ਼ ਦੇ ਵਿਟਾਮਿਨ ਜ਼ਿਆਦੇ ਇਹ ਚੀਜ਼ਾਂ ਖਾਓ ਜਾਂ ਕੁਛ ਵੀ ਮਲਟੀਵਾਈਟਾਮਿਨ ਜੋ ਵੀ ਉਹ ਤੁਹਾਨੂੰ ਪ੍ਰਸਕ੍ਰਾਈਬ ਸੋ ਇਵੇਂ ਇੱਕ ਮਾਨਸਿਕ ਤੱਤ ਵੀ ਅਸੀਂ ਤੁਹਾਨੂੰ ਅੱਜ ਦੇਵਾਂਗੇ ਕਿ ਜਿਹੜੇ ਮਾਨਸਿਕਤਾ ਜਿਸਨਾਂ ਚੀਜ਼ਾਂ ਵਾਸਤੇ ਭੁੱਖੇ ਉਹ ਤੁਸੀਂ ਆਪਦੇ ਤੱਤ ਕਿਵੇਂ ਪੂਰੇ ਕਰਨੇ ਸੋ ਫਰਸਟ ਵਾਲ ਤਾਂ ਅਸੀਂ ਇਹ ਫਰਸਟ ਜਿਹੜਾ ਕੈਮੀਕਲਸ ਆ ਉਹ ਹੈਗਾ ਕੋਰਟੀਸੋਲ ਇਹਦਾ ਮਤਲਬ ਹੈ ਇੱਕ ਸਟ੍ਰੈਸ ਹਾਰਮੋਨ ਸੋ ਬੇਸਿਕਲੀ ਸਾਡੀ ਬਾਡੀ ਦੇ ਵਿੱਚ ਇੱਕ ਕੈਮੀਕਲ ਪਾਇਆ ਗਿਆ ਉਹਨੂੰ ਅਸੀਂ ਫਾਈਟ ਐਂਡ ਫਲਾਈਟ ਦੇ ਵਿੱਚ ਰਿਲੀਜ਼ ਹੁੰਦਾ
ਫੋਰ ਐਗਜ਼ਾਮਪਲ ਇਸ ਕੋਰਟੀਸੋਲ ਅਸੀਂ ਇਹਨੂੰ ਕਹਿੰਦੇ ਹਾਂ, ਐਂਡ ਇਸ ਕੈਮੀਕਲ ਦੇ ਦੌਰਾਨ ਸਾਨੂੰ ਅਸੀਂ ਆਪਦੇ ਆਪ ਦਾ ਬਚਾਅ ਕਰਦੇ ਹਾਂ, ਥ੍ਰੈਟ। ਫੋਰ ਐਗਜ਼ਾਮਪਲ ਅਸੀਂ ਇਸ ਕੈਮੀਕਲ ਨੇ ਸਾਨੂੰ ਬਚਾਇਆ ਵਾ, ਕਿਉਂਕਿ ਜਦੋਂ ਵੀ ਸਾਨੂੰ ਡਰ ਲੱਗਦਾ ਇਹ ਕੈਮੀਕਲ ਸਾਡੀ ਬੋਡੀ ਦੇ ਵਿੱਚ ਡ੍ਰਿਪ ਕਰਕੇ, ਜਿਵੇਂ ਪਾਣੀ ਡ੍ਰਿਪ ਕਰਦਾ ਉਵੇਂ ਆਪਣੀ ਸਾਡੀ ਬੋਡੀ ਦੇ ਵਿੱਚ ਰਿਲੀਜ਼ ਹੁੰਦਾ ਵਾ। ਐਂਡ ਇਹ ਕੈਮੀਕਲ ਰਿਲੀਜ਼ ਹੋਣ ਦੇ ਕਾਰਨ ਸਾਡੀ ਬੋਡੀ ਦੇ ਵਿੱਚ ਐਨਰਜੀ ਆਉਂਦੀ ਆ, ਐਂਡ ਇਸੇ ਕਰਕੇ ਅਸੀਂ ਉਸ ਥ੍ਰੈਟ ਦਾ, ਅਸੀਂ ਉਸ ਜਿਹੜੀ ਸਾਨੂੰ ਐਮਰਜੈਂਸੀ ਲੱਗਦੀ, ਜਿੱਥੇ ਸਾਨੂੰ ਲੱਗਦਾ ਵਾ ਕਿ ਮੈਨੂੰ ਲੜਨ ਦੀ ਲੋੜ ਆ, ਉੱਥੇ ਅਸੀਂ escape ਕਰਦੇ ਹਾਂ ਜਾਂ ਬਾਹਰ ਪਾਸੇ ਭੱਜਦੇ। ਫੋਰ ਐਗਜ਼ਾਮਪਲ ਜਿਵੇਂ ਮੈਂ ਨੋਰਮਲ ਐਗਜ਼ਾਮਪਲ ਦਿੰਦੀ, ਤੁਹਾਡੇ ਪਿੱਛੇ ਟਾਈਗਰ ਲੱਗਿਆ, ਤੁਹਾਡੇ ਅੰਦਰ ਇੱਕ ਕੋਰਟੀਸੋਲ, ਇੱਕ ਜਿਹੜਾ ਹਾਰਮੋਨ ਹੈ, ਕੈਮੀਕਲ ਆ, ਉਹ ਰਿਲੀਜ਼ ਹੋਇਆ। ਐਂਡ ਹੁੰਦਾ ਕੀ ਆ, ਜਦੋਂ ਰਿਲੀਜ਼ ਹੁੰਦਾ ਉਹਦਾ ਮਤਲਬ ਹੀ ਤੁਹਾਡੀ ਬੋਡੀ ਨੂੰ ਅਵੇਅਰ ਕਰਨਾ ਕਿ ਤੇਰੀ ਬੋਡੀ ਹੁਣ ਖਤਰੇ 'ਚ ਆ, ਐਂਡ ਆਪਦੇ ਆਪ ਨੂੰ ਖਤਰਾ ਟਾਲਣ ਲਈ ਤੂੰ ਜੋ ਵੀ ਕਰਨਾ ਤੂੰ ਕਰ। ਐਂਡ ਇਸੇ ਕਰਕੇ ਸਾਡੀ ਬੋਡੀ, ਜਦੋਂ ਅਸੀਂ ਫਾਈਟ ਐਂਡ ਫਲਾਈਟ, ਜਦੋਂ ਬਹੁਤ ਸਟਰੈਸ ਦੇ ਵਿੱਚ ਹੋਈਏ, ਸਾਡੀ ਬੋਡੀ ਦੇ ਮੋਸਟ ਫੰਕਸ਼ਨ ਬੰਦ ਹੋ ਜਾਂਦੇ ਆ, ਸਾਡੇ ਇਮਿਊਨ ਸਿਸਟਮ ਬੰਦ ਹੋ ਜਾਂਦਾ, ਬਿਕਾਜ਼ ਸਾਡੇ ਇਸ ਕੈਮੀਕਲ ਦਾ ਮਕਸਦ ਇਹ ਹੁੰਦਾ ਕਿ ਤੈਨੂੰ ਮੈਂ ਬਚਾਉਣਾ ਵਾ। ਪਰ ਹੁੰਦਾ ਕਿ ਜਿਹੜਾ ਲਾਈਫ ਸਟਾਈਲ ਅਸੀਂ, ਐਂਡ ਨੋਰਮਲੀ ਜਿਹੜਾ ਇਹ ਤੁਹਾਡੀ ਬੋਡੀ ਦੇ ਵਿੱਚ ਰਹਿੰਦਾ ਵਾ, ਇਹ ਕੈਮੀਕਲ ਕੋਰਟੀਸੋਲ ਸਟ੍ਰੈਸ ਹਾਰਮੋਨਸ ਇਹ ਤੁਹਾਡੀ ਬੋਡੀ ਦੇ ਵਿੱਚ ਰਹਿੰਦਾ ਵਾ। ਸੋ ਹੁੰਦਾ ਕਿ ਫੋਰ ਐਗਜ਼ਾਮਪਲ ਜੇ ਤੁਹਾਡਾ ਤੁਸੀਂ ਪਿੱਛੇ ਟਾਈਗਰ ਤੁਹਾਡੇ ਪਿੱਛੇ ਲੱਗਿਆ ਹੋਇਆ, ਤੁਹਾਡੀ ਬੋਡੀ ਇਹ ਰਿਲੀਜ਼ ਕਰ ਰਹੀ ਆ, ਇਹਦੇ ਨਾਲ ਤੁਹਾਡੀ ਬੋਡੀ ਨੂੰ ਐਨਰਜੀ ਮਿਲਦੀ ਹੈ ਤਾਂ ਜੋ ਭੱਜ ਸਕੇ ਜਾਂ ਪਾਸੇ ਹੋ ਕੇ ਆਪਦੇ ਆਪ ਨੂੰ ਬਚਾ ਸਕੇ, ਕਿਸੇ ਵੀ ਤਰੀਕੇ ਨਾਲ ਕੋਈ ਫਿਜ਼ੀਕਲ ਡੇਂਜਰ ਆ ਜਾਵੇ। ਹੁੰਦਾ ਕੀ ਆ ਕਿ ਜਿਹੜਾ ਲਾਈਫ ਸਟਾਈਲ ਅਸੀਂ ਰਹਿ ਰਹੇ ਹਾਂ, ਇਹ ਜਿਹੜਾ ਸਟ੍ਰੈਸ ਹਾਰਮੋਨ ਆ ਸਾਡੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਡ੍ਰਿਪ ਕਰਕੇ ਡਿੱਗ ਰਿਹਾ ਵਾ, ਬਹੁਤ ਜ਼ਿਆਦਾ, ਬਿਕਾਜ਼ ਇਹ ਸਟ੍ਰੈਸ ਹਾਰਮੋਨ ਬਹੁਤ ਜ਼ਿਆਦਾ ਵੱਧ ਰਿਹਾ, ਕਿਉਂਕਿ ਅਸੀਂ ਆਪਦੇ ਰਿਸ਼ਤਿਆਂ ਦੇ ਵਿੱਚ ਵੀ ਸਟ੍ਰੈਸ 'ਚ, ਅਸੀਂ ਕੰਮ 'ਤੇ ਵੀ ਸਟ੍ਰੈਸ ਆ, ਅਸੀਂ ਆਪਣੀ ਪੈਰੈਂਟਿੰਗ ਦੇ ਵਿੱਚ ਵੀ ਸਟ੍ਰੈਸ ਆ, ਅਸੀਂ ਕਿਤੇ ਵੀ ਅਸੀਂ ਸਟ੍ਰੈਸ ਆ। ਹੁੰਦਾ ਕਿ ਉਹ ਜਿਹੜਾ ਸਟ੍ਰੈਸ ਕੈਮੀਕਲ ਉਹ ਇੰਨਾ ਰਿਲੀਜ਼ ਨਹੀਂ ਹੋਣਾ ਚਾਹੀਦਾ ਜਿੰਨਾ ਸਾਡੀ ਬੋਡੀ ਦੇ ਵਿੱਚ ਹੁਣ ਦੀ ਲਾਈਫ ਦੇ ਵਿੱਚ ਹੋ ਰਿਹਾ ਵਾ, ਇੰਨਾ ਨਹੀਂ ਰਿਲੀਜ਼। ਉਹ ਸਿਰਫ ਇੱਕ ਫਾਈਟ ਫਲਾਈਟ, ਇੱਕ ਐਮਰਜੈਂਸੀ ਸਿਚੁਏਸ਼ਨ ਵਾਸਤੇ ਮਿਲਿਆ। ਇਹ ਤੁਸੀਂ ਸੇਮ ਹੀ ਸਮਝ ਸਕਦੇ ਹੋ ਕਿ ਫੋਰ ਐਗਜ਼ਾਮਪਲ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਕੋਈ ਇਮਰਜੈਂਸੀ ਫਾਇਰ ਅਲਾਰਮ ਲਾਇਆ ਹੋਇਆ ਜਾਂ ਕੁਛ ਵੀ ਲਾਇਆ ਹੋਇਆ, ਫਾਇਰ ਐਕਸਟਿੰਗੁਇਸ਼ਰ ਜੋ ਵੀ ਲਾਇਆ ਹੋਇਆ ਜੇ ਕੋਈ, ਐਂਡ ਹੁੰਦਾ ਕੀ ਹੈ ਕਿ ਬਿਕਾਜ਼ ਉਹ ਇੰਨਾ ਤੁਸੀਂ ਉਹ ਯੂਜ਼ ਕਰਨ ਲੱਗ ਜਾਂਦੇ, ਤੁਸੀਂ ਮਾੜੀ ਜਿਹੀ ਗੱਲ 'ਤੇ ਯੂਜ਼ ਕਰਨ ਲੱਗ ਜਾਂਦੇ, ਤੁਸੀਂ ਮਾੜੀ ਜਿਹੀ ਗੱਲ 'ਤੇ ਅਲਾਰਮ ਦਾ ਬਟਨ ਨੱਪੀ ਜਾਂਦੇ, ਬਿਕਾਜ਼ ਤੁਸੀਂ ਕੌਨਸਟੈਂਟਲੀ ਸਕੇਅਰਡ ਹੋ, ਤੁਸੀਂ ਕੌਨਸਟੈਂਟਲੀ ਡਰੀ ਜਾਂਦੇ ਹੋ। ਸੋ ਇਹਦਾ ਹੀ ਇੱਦਾਂ ਜਿਹੜਾ ਤੁਹਾਡਾ ਸਟ੍ਰੈਸ ਹਾਰਮੋਨ ਆ ਤੁਹਾਡੀ ਬੋਡੀ ਦੇ ਵਿੱਚ ਬਹੁਤ ਵੱਧ ਜਾਂਦਾ ਵਾ। ਐਂਡ ਇਸੇ ਕਰਕੇ ਸਾਡੀ ਅਡਿਕਸ਼ਨ ਵੀ ਇਸੇ ਕਰਕੇ, ਜਦੋਂ ਤੁਹਾਡੀ ਬੋਡੀ ਦਾ ਸਟ੍ਰੈਸ ਹਾਰਮੋਨ ਇੰਨਾ ਓਵਰਵੈਲਮ ਹੋ ਜੇ, ਇੰਨਾ ਵੱਧ ਜਾਵੇ, ਫਿਰ ਸਾਨੂੰ ਬਾਹਰਲੇ ਜਿਹੜੇ ਲੋਕ ਅਡਿਕਸ਼ਨ ਦੇ ਵਿੱਚ ਉਹਨਾਂ ਨੂੰ ਬਾਹਰਲੇ ਤੱਤ ਪਾਉਣੇ ਪੈਂਦੇ ਆ। ਸੋ ਕੌਨਸਟੈਂਟਲੀ, ਬਿਕਾਜ਼ ਜੇ ਸਾਡਾ ਪਾਰਟਨਰ ਨਹੀਂ ਕਰਿਆ ਸਾਨੂੰ ਤਾਂ ਸਟ੍ਰੈਸ, ਜੇ ਸਾਡਾ ਪਾਰਟਨਰ ਨੇ ਸਾਨੂੰ ਫੋਨ ਨਹੀਂ ਕੀਤਾ ਤਾਂ ਸਟ੍ਰੈਸ, ਜੇ ਸਾਡੇ ਪਾਰਟਨਰ ਨੇ ਸਾਡਾ ਫੋਨ ਚੱਕਿਆ ਨਹੀਂ ਤਾਂ ਸਟ੍ਰੈਸ, ਜੇ ਸਾਡਾ ਬੱਚੇ ਦਾ ਇਹ ਨਹੀਂ ਆਇਆ ਤਾਂ ਸਟ੍ਰੈਸ, ਜੇ ਸਾਡੀ ਮਦਰ ਇਨ ਲਾ ਨੇ ਸਾਨੂੰ ਉਸ ਤਰੀਕੇ ਨਾਲ ਨਹੀਂ ਬੁਲਾਇਆ ਜਿੰਨਾ ਤਰੀਕੇ ਨਾਲ ਅਸੀਂ ਬੁਲਾਉਣਾ ਚਾਹੁੰਦੇ ਤਾਂ ਸਟ੍ਰੈਸ, ਜੇ ਸਾਡੀ ਸਿਸਟਰ ਇਨ ਲਾ ਨੇ ਸਾਨੂੰ ਫੋਨ ਕੀਤਾ ਅਸੀਂ ਤਾਂ ਸਟ੍ਰੈਸ, ਜੇ ਅਸੀਂ ਕੋਈ ਖਰੀਦਣੀ ਸੀ ਚੀਜ਼ ਅਸੀਂ ਉਹ ਨਹੀਂ ਖਰੀਦ ਸਕੇ ਅਸੀਂ ਤਾਂ ਸਟ੍ਰੈਸ, ਜੇ ਕੋਵਿਡ ਸਿਚੁਏਸ਼ਨ ਸਾਡਾ ਕੰਮ ਗਿਆ ਅਸੀਂ ਤਾਂ ਸਟ੍ਰੈਸ। ਸੋ ਕੌਨਸਟੈਂਟਲੀ ਅਸੀਂ ਜਿਹੜਾ ਉਹ ਹਾਰਮੋਨ ਆ ਉਹ ਰਿਲੀਜ਼ ਕਰ ਰਹੀ ਹੈ ਸਾਡੀ ਬੋਡੀ, ਪਰ ਇਹ ਇੱਕ ਬੈਲੈਂਸ ਮਾਤਰਾ ਦੇ ਵਿੱਚ ਹੋਵੇ ਤਾਂ ਸਾਨੂੰ ਸਰਵਾਈਵ ਕਰਨ ਲਈ ਹੈਲਪ ਕਰਦਾ। ਪਰ ਜਦੋਂ ਇਹ ਆਊਟ ਆਫ ਬੈਲੈਂਸ ਹੋ ਜਾਏ, ਇਹਦਾ ਮਤਲਬ ਵੀ ਹਰ ਥਾਂ ਟਾਈਮ 'ਤੇ ਉਹ ਟਿਪ ਤੁਸੀਂ ਫੋਰ ਐਗਜ਼ਾਮਪਲ ਪਾਣੀ ਦੀ ਟੂਟੀ ਛੱਡ ਦਿਓ ਆਪਦੇ ਘਰੇ, ਐਂਡ ਤੁਸੀਂ ਸਾਰਾ ਦਿਨ ਬੰਦ ਨਾ ਕਰੋ, ਤੇ ਹੋਊਗਾ ਕਿ ਤੁਹਾਡੇ ਘਰ ਦੇ ਵਿੱਚ ਤੁਸੀਂ ਰਹਿ ਨਹੀਂ ਸਕੋਗੇ। ਸੋ ਇਵੇਂ ਤੁਹਾਡਾ ਸਟ੍ਰੈਸ ਹਾਰਮੋਨ ਹੈ, ਜਦੋਂ ਤੁਸੀਂ ਉਹਦੀ ਟੂਟੀ ਇੰਨੀ ਖੋਲਤੀ ਕਿ ਉਹ ਹਰ ਲੈਵਲ 'ਤੇ ਹਰ ਥਾਂ 'ਤੇ ਤੁਹਾਨੂੰ ਸਟ੍ਰੈਸ ਹੋ ਰਹੀ ਆ, ਉਹ ਪਾਣੀ ਵਾਂਗੂ ਡ੍ਰਿਪ ਕਰ ਰਿਹਾ, ਐਂਡ ਸੂਨ ਤੁਹਾਡਾ ਸਾਰਾ ਘਰ ਸਟ੍ਰੈਸ ਨਾਲ ਭਰ ਜਾਂਦਾ ਵਾ। ਸੋ ਇਹ ਬਿਕਾਜ਼ ਤੁਹਾਡੇ ਅੰਦਰ ਇੱਕ ਹਾਰਮੋਨ ਆ ਜਿਹੜਾ ਇੱਕ ਰਿਸਪੌਂਸਿਬਲ ਆ ਸਟ੍ਰੈਸ ਵਾਸਤੇ। ਸੋ ਜਦੋਂ ਵੀ ਤੁਸੀਂ ਸਟ੍ਰੈਸ ਹੁੰਦੇ ਹੋ ਇਹ ਹਾਰਮੋਨ ਰਿਲੀਜ਼ ਹੁੰਦਾ ਵਾ ਤੁਹਾਨੂੰ ਬਚਾਉਣ ਵਾਸਤੇ, ਤੁਹਾਨੂੰ ਪ੍ਰੋਟੈਕਟ ਕਰਨ ਵਾਸਤੇ। ਪਰ ਅਸੀਂ ਇੰਨੇ ਮੂਮੈਂਟਾਂ ਦੇ ਵਿੱਚ ਹੁਣ ਸਟ੍ਰੈਸ ਹੁੰਦੇ ਹਾਂ ਕਿ ਅਸੀਂ ਕੌਨਸਟੈਂਟਲੀ ਇਹ ਰਿਲੀਜ਼ ਹੋਈ ਜਾਂਦਾ ਰਹਿੰਦਾ ਸਾਡੀ ਬਾਡੀ ਦੇ ਵਿੱਚ। ਸੋ ਇਹ ਤਾਂ ਇੱਕ ਹੋ ਗਿਆ ਸਟ੍ਰੈਸ, ਐਂਡ ਇਹਨੂੰ ਅਸੀਂ ਘਟਾਉਣਾ ਕਿ ਇਹਨੂੰ ਕਿਵੇਂ ਅਸੀਂ ਇਹਦੀ ਜਿਹੜੀ ਮਾਤਰਾ ਅਸੀਂ ਆਪਦੀ ਬਾਡੀ ਦੇ ਵਿੱਚ ਘਟਾਉਣੀ ਆ। ਸੋ ਨੋਰਮਲੀ ਤਾਂ ਤੁਸੀਂ ਕਾਉਂਸਲਿੰਗ ਲੈ ਸਕਦੇ ਹੋ ਕੁਛ ਵੀ। ਸੋ ਇਹਦੀ ਮਾਤਰਾ ਕਿਵੇਂ ਘਟੂਗੀ, ਸਾਨੂੰ ਰੀਲੀ ਡਿਸਟਿੰਗੁਇਸ਼ ਕਰਨਾ ਪੈਣਾ ਵੀ ਕਿਹੜੀ ਚੀਜ਼ ਸਾਡੇ ਲਈ ਐਮਰਜੈਂਸੀ ਆ, ਕਿਹੜੀ ਚੀਜ਼ ਸਾਡੇ ਲਈ ਐਮਰਜੈਂਸੀ ਨਹੀਂ ਹੈਗੀ। ਕਿਹੜੀ ਚੀਜ਼, ਫੋਰ ਐਗਜ਼ਾਮਪਲ ਜੇ ਮੇਰਾ ਫੋਨ ਨਹੀਂ ਕਿਸੇ ਨੇ ਚੱਕਿਆ ਤੇ ਸਾਡੀ ਬਾਡੀ ਥ੍ਰੈਟ 'ਚ ਨਹੀਂ ਹੈਗੀ, ਪਰ ਮਹਿਸੂਸ ਅਸੀਂ ਕਰ ਲੈਂਦੇ ਹਾਂ ਕਿ ਸਾਡੀ ਬਾਡੀ ਥ੍ਰੈਟ 'ਚ, ਐਂਗਜ਼ਾਇਟੀ ਹੋਣ ਲੱਗ ਜਾਂਦੀ ਆ। ਸੋ ਆਪਦੀ ਸਿਚੁਏਸ਼ਨ ਨੂੰ ਅਸੈਸ ਕਰਨਾ ਕਿ ਮੈਂ ਫੋਰ ਐਗਜ਼ਾਮਪਲ ਜਿਵੇਂ ਅਲਾਰਮ ਵੀ ਅਸੀਂ ਉਹਦੇ 'ਤੇ ਹੱਥ ਰੱਖੀਏ ਵੀ ਸਾਨੂੰ ਲੱਗਦਾ ਬਾਹਰ ਕੋਈ ਹੈ ਸਾਡੇ ਘਰ ਦਾ ਅਲਾਰਮ, ਬਾਹਰ ਕੋਈ ਹੈ, ਕੌਨਸਟੈਂਟਲੀ ਪੁਲਿਸ ਬੁਲਾਓ ਤੁਸੀਂ ਕਿ ਮੈਨੂੰ ਡਰ ਲੱਗ ਰਿਹਾ ਹੋਊਗਾ ਕਿ ਉਹ ਡਿਸਫੰਕਸ਼ਨਲ ਹੋ ਜੂਗੀ। ਸੋ
ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਇਹ ਹਾਰਮੋਨ ਆ ਇਹ ਸਾਡੀ ਜਿਹੜੀ ਬਾਡੀ ਦੇ ਵਿੱਚ ਘੱਟ ਤੋਂ ਘੱਟ ਰਿਲੀਜ਼ ਹੋਵੇ ਜ਼ਰੂਰ ਜਿਹੜੀਆਂ ਨਾਰਮਲ ਸਿਚੁਏਸ਼ਨ ਜਿੱਟਾ 'ਚ ਹੋਣਾ ਚਾਹੀਦਾ ਵਾ ਫੋਰ ਐਗਜ਼ਾਮਪਲ ਤੁਸੀਂ ਲੈਟਸ ਸੇ ਤੁਸੀਂ ਪਲੇਨ ਦੇ ਵਿੱਚ ਬੈਠੇ ਹੋ ਨਾ ਪਲੇਨ ਦਾ ਵਾਲਿਆਂ ਨੇ ਕਿਹਾ ਕਿ ਸਾਡੇ ਪਲੇਨ 'ਚ ਕੋਈ ਆਫ ਕੋਰਸ ਤੁਹਾਡੀ ਬਾਡੀ ਦੇ ਵਿੱਚ ਹਾਰਮੋਨ ਰਿਲੀਜ਼ ਹੋਊਗਾ ਸਟ੍ਰੈਸ ਹਾਰਮੋਨ ਰਿਲੀਜ਼ ਹੋਊਗਾ ਤੁਸੀਂ ਐਂਕਸ਼ੀਅਸ ਹੋਵੋਗੇ ਇਸੇ ਕਰਕੇ ਜਦੋਂ ਇਹ ਹਾਰਮੋਨ ਰਿਲੀਜ਼ ਜਦੋਂ ਅਸੀਂ ਆਪਣੇ ਪਾਰਟਨਰ ਨਾਲ ਵੀ ਲੜਦੇ ਹਾਂ ਜਦੋਂ ਸਾਡੇ ਘਰ 'ਚ ਮਾਨਸਿਕ ਲੜਾਈਆਂ ਵੀ ਹੁੰਦੀਆਂ ਉਦੋਂ ਵੀ ਇਹ ਹਾਰਮੋਨ ਸਾਡੀ ਬਾਡੀ ਦੇ ਵਿੱਚ ਰਿਲੀਜ਼ ਹੁੰਦਾ ਇਸੇ ਕਰਕੇ ਸਾਡਾ ਦਿਮਾਗ ਵੀ ਉਸ ਟਾਈਮ ਸ਼ਟ ਕਰ ਦਿੰਦਾ ਇਹ ਹਰ ਕੰਮ ਹਰ ਫੰਕਸ਼ਨ ਸ਼ਟ ਕਰ ਦਿੰਦਾ ਜਦੋਂ ਤੁਹਾਡੀ ਬਾਡੀ ਦੇ ਵਿੱਚ ਇਹ ਹਾਰਮੋਨ ਰਿਲੀਜ਼ ਕਰਦਾ ਬਿਕਾਜ਼ ਇਹਦਾ ਐਮਰਜੈਂਸੀ ਇਹਦਾ ਮਤਲਬ ਹਰ ਚੀਜ਼ ਬੰਦ ਕਰ ਦੇਵੋ ਹੁਣ ਇਮਿਊਨ ਸਿਸਟਮ ਡਾਈਜੈਸਟਿਵ ਸਿਸਟਮ ਕਿਸੇ ਸਿਸਟਮ ਦੀ ਲੋੜ ਨਹੀਂ ਹੁਣ ਸਿਰਫ ਸਾਨੂੰ ਇਸ ਹਾਰਮੋਨ ਕਿਉਂਕਿ ਇੱਕ ਅਲਾਰਮ ਸਿਸਟਮ ਆ ਇੱਕ ਅਲਾਰਮਿੰਗ ਆ ਸਾਡੀ ਬਾਡੀ ਵਾਸਤੇ ਇੱਕ ਥ੍ਰੈਟ ਆ ਸਾਡੀ ਬਾਡੀ ਵਾਸਤੇ ਐਂਡ ਇੰਨੇ ਸਾਲਾਂ ਇੰਨੇ ਸਦੀਆਂ ਤੋਂ ਜਿਹੜੀ ਹਿਊਮਨ ਰੇਸ ਆ ਤਾਂ ਬਚੀ ਕਿਉਂਕਿ ਉਹਦੇ ਅੰਦਰ ਇਹ ਥ੍ਰੈਟ ਸੀ ਐਂਡ ਇਹ ਸਾਰੇ ਐਨੀਮਲਸ ਦੇ ਵਿੱਚ ਹੁੰਦਾ ਐਨੀਮਲ ਕਿੰਗਡਮ ਦੇ ਵਿੱਚ ਹੁੰਦਾ ਤਾਂ ਹੀ ਤਾਂ ਜਿਹੜੇ ਜਾਨਵਰ ਉਹ ਵੀ ਆਪਦੇ ਆਪ ਨੂੰ ਬਚਾ ਪਾਉਂਦੇ ਕਿਉਂਕਿ ਇਸ ਹਾਰਮੋਨ ਕਰਕੇ ਸੋ ਇਹਦੀ ਮਾਤਰਾ ਕਿਵੇਂ ਘਟਾਈ ਜਾਵੇ ਸੋ ਇਹਦੀ ਮਾਤਰਾ ਤੁਸੀਂ ਘਟਾਉਣੀ ਹੈ ਸਟ੍ਰੈਸਫੁਲ ਮੂਮੈਂਟਸ ਨੂੰ ਥੋੜ੍ਹੇ ਕਰਕੇ ਐਂਡ ਦੂਸਰੇ ਜਿਹੜੇ ਮੈਂ ਤੱਤ ਦੱਸੂਗੀ ਕਿ ਉਹ ਕਿਹੜੇ ਸਾਡੇ ਸਰੀਰ ਨੂੰ ਉਹ ਸਾਡੀ ਮਾਨਸਿਕਤਾ ਨੂੰ ਮਿਲਣੇ ਚਾਹੀਦੇ ਆ ਐਂਡ ਉਹ ਕਿੱਥੋਂ ਮਿਲਣੇ ਚਾਹੀਦੇ ਆ ਫੋਰ ਐਗਜ਼ਾਮਪਲ ਸਭ ਤੋਂ ਪਹਿਲਾਂ ਡੋਪਾਮਾਈਨ ਇਹ ਇੱਕ ਕੈਮੀਕਲ ਆ ਇੱਕ ਹਾਰਮੋਨ ਆ ਜਿਹੜੀ ਸਾਡੀ ਬਾਡੀ ਨੂੰ ਚਾਹੀਦਾ ਐਂਡ ਇਹ ਕਿੱਥੋਂ ਮਿਲਦਾ ਵਾ ਇਹ ਇੱਥੋਂ ਮਿਲਦਾ ਕਿ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਇੱਕ ਗੋਲ ਸੈੱਟ ਕਰ ਲਓ ਫੋਰ ਐਗਜ਼ਾਮਪਲ ਤੁਸੀਂ ਰੋਜ਼ ਆਪਣੇ ਆਪ ਨੂੰ ਕਹਤਾ ਕਿ ਮੈਂ ਸਵੇਰੇ 6 ਵਜੇ ਉੱਠ ਕੇ ਵਾਕ ਕਰਨੀ ਆ ਮੈਂ ਘੰਟਾ ਵਾਕ ਕਰਨੀ ਆ ਐਂਡ ਇਹ ਤੁਸੀਂ ਗੋਲ ਸੈੱਟ ਕਰ ਲਿਆ ਜਦੋਂ ਤੁਸੀਂ ਗੋਲ ਅਚੀਵ ਕਰਦੇ ਹੋ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਤੁਹਾਨੂੰ ਖੁਸ਼ੀ ਹੁੰਦੀ ਹੈ ਤੁਹਾਡੇ ਅੰਦਰ ਕਿਉਂਕਿ ਇਹ ਕੈਮੀਕਲ ਤੁਹਾਡੇ ਇਹ ਕੈਮੀਕਲ ਤੁਹਾਡੇ ਅੰਦਰ ਬਾਡੀ ਦੇ ਅੰਦਰ ਰਿਲੀਜ਼ ਹੁੰਦਾ ਵਾ ਸੋ ਕੋਈ ਵੀ ਗੋਲ ਸੈੱਟ ਕਰ ਲਓ ਫੋਰ ਐਗਜ਼ਾਮਪਲ ਤੁਸੀਂ ਕਿਹਾ ਮੈਂ ਡਿਗਰੀ ਲੈਣੀ ਆ ਐਂਡ 4 ਸਾਲਾਂ ਬਾਅਦ ਜਦੋਂ ਤੁਸੀਂ ਉਹ ਡਿਗਰੀ ਦੇ ਨੇੜੇ ਪਹੁੰਚਦੇ ਹੋ ਤੁਹਾਡੇ ਮਾਰਕਸ ਮਿਲਦੇ ਆ ਤੁਸੀਂ ਕਲਾਸਾਂ ਫਿਨਿਸ਼ ਕਰਦੇ ਹੋ ਤੁਹਾਡੇ ਅੰਦਰ ਇਹ ਕੈਮੀਕਲ ਰਿਲੀਜ਼ ਹੁੰਦਾ ਬਿਕਾਜ਼ ਤੁਸੀਂ ਅਕੰਪਲਿਸ਼ਡ ਮਹਿਸੂਸ ਕਰਦੇ ਹੋ ਤੁਸੀਂ ਮਹਿਸੂਸ ਕਰਦੇ ਮੈਂ ਕਾਮਯਾਬ ਹੋ ਰਿਹਾ ਵਾਂ ਸੋ ਕੋਈ ਵੀ ਗੋਲ ਹੋ ਸਕਦਾ ਫੋਰ ਐਗਜ਼ਾਮਪਲ ਜੇ ਤੁਹਾਡਾ ਗੋਲ ਹੈ ਕਿ ਮੈਂ ਕਾਰ ਲੈਣੀ ਹੈ ਮੈਂ 2 ਮਹੀਨਿਆਂ ਨੂੰ ਕਾਰ ਲੈਣੀ ਆ ਤੁਸੀਂ 2 ਮਹੀਨੇ ਐਕਸਾਈਟਡ ਰਹੋਗੇ ਇਹ ਕੈਮੀਕਲ ਤੁਹਾਡੀ ਬਾਡੀ ਦੇ ਵਿੱਚ ਰਿਲੀਜ਼ ਹੋਈ ਜਾਊਗਾ ਬਿਕਾਜ਼ ਉਹ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਸੋ ਗੋਲ ਸੈਟਿੰਗ ਕੋਈ ਵੀ ਗੋਲ ਸੈੱਟ ਲਓ ਫੋਰ ਐਗਜ਼ਾਮਪਲ ਜੇ ਤੁਸੀਂ ਇਹ ਗੋਲ ਸੈੱਟ ਕਰ ਲਿਆ ਕਿ ਮੈਂ ਸਿਰਫ ਡਿਨਰ 'ਚ ਮੈਂ ਵੈਜੀਟੇਬਲ ਜ਼ਿਆਦਾ ਖਾਣੀ ਹੈ ਤੁਹਾਡਾ ਗੋਲ ਆ ਐਂਡ ਹੋਊਗਾ ਕਿ ਓਵਰ ਟਾਈਮ ਤੁਹਾਡੀ ਬਾਡੀ ਇਹ ਕੈਮੀਕਲਸ ਰਿਲੀਜ਼ ਹੋਣ ਲੱਗ ਜੂ ਐਂਡ ਤੁਹਾਨੂੰ ਚੰਗਾ ਮਹਿਸੂਸ ਹੋਣ ਲੱਗ ਜੂ ਸੋ ਜਦੋਂ ਵੀ ਅਸੀਂ ਕੋਈ ਗੋਲ ਸੈੱਟ ਕਰਦੇ ਹਾਂ ਫਿਰ ਅਸੀਂ ਉਸ ਗੋਲ ਨੂੰ ਪੂਰਾ ਕਰਦੇ ਹਾਂ ਅਸੀਂ ਚੰਗਾ ਮਹਿਸੂਸ ਕਰਦੇ ਹਾਂ ਐਂਡ ਅੱਜ ਕੋਵਿਡ ਸਿਚੁਏਸ਼ਨ ਦੇ ਵਿੱਚ ਤੁਸੀਂ ਕੋਈ ਵੀ ਗੋਲ ਰੱਖ ਸਕਦੇ ਹੋ ਕੋਈ ਐਕਸਰਸਾਈਜ਼ ਦਾ ਗੋਲ ਰੱਖ ਸਕਦੇ ਹੋ ਚੰਗਾ ਖਾਣ ਦਾ ਗੋਲ ਰੱਖ ਸਕਦੇ ਹੋ ਜਾਂ ਤੁਸੀਂ ਇਹ ਗੋਲ ਰੱਖ ਸਕਦੇ ਕਿ ਮੈਂ ਆਪਦੇ ਫਰੈਂਡ ਨੂੰ ਫੋਨ ਕਰਨਾ ਮੈਂ ਉਹਨਾਂ ਦੇ ਚੈੱਕ ਇਨ ਕਰਨਾ ਕੋਈ ਵੀ ਤੁਹਾਡਾ ਗੋਲ ਹੋ ਸਕਦਾ ਵਾ ਸੋ ਚਾਹੇ ਆਪਦੀ ਗਾਰਡਨਿੰਗ ਕਰਨੀ ਇਹ ਗੋਲ ਹੋ ਸਕਦਾ ਵਾ ਚਾਹੇ ਤੁਹਾਡੇ ਘਰ ਦਾ ਇੱਕ ਪ੍ਰੋਜੈਕਟ ਹੋ ਸਕਦਾ ਕਿ ਮੈਂ ਅੱਜ ਮੈਂ ਆਪਦੀ ਗਾਰਡਨਿੰਗ ਜਾਂ ਮੈਂ ਬਾਹਰ ਕੋਈ ਬੈਕਯਾਰਡ 'ਚ ਕਰਨ ਲੱਗਿਆ ਪਰ ਮੈਂ ਹੌਲੀ ਹੌਲੀ ਇਸ ਗੋਲ 'ਤੇ ਪਹੁੰਚਣਾ ਹੌਲੀ ਹੌਲੀ ਮੈਂ ਜਿਹੜਾ ਪਿੱਛੇ ਕੋਈ ਗਾਰਡਨਿੰਗ ਕਰ ਰਿਹਾ ਹੌਲੀ ਹੌਲੀ ਮੈਂ ਇੰਨੇ ਪੌਦੇ ਮੇਰੀ ਗਾਰਡਨ ਦੇ ਵਿੱਚ ਹੋਣੇ ਚਾਹੀਦੇ ਸੋ ਇਹਦੇ ਨਾਲ ਹੁੰਦਾ ਕਿ ਡੋਪਾਮਾਈਨ ਰਿਲੀਜ਼ ਹੁੰਦੀ ਹੈ ਤੁਹਾਡਾ ਕੈਮੀਕਲ ਤੁਸੀਂ ਗੁੱਡ ਮਹਿਸੂਸ ਕਰਦੇ ਹਨ ਜਿਹੜੇ ਲੋਕ ਐਡਿਕਸ਼ਨ ਦੇ ਵਿੱਚ ਹੁੰਦੇ ਆ ਉਹ ਇਹ ਕੈਮੀਕਲ ਉਹ ਇਹ ਡਰੱਗ ਬਾਹਰੋਂ ਲੈਣ ਦੀ ਕੋਸ਼ਿਸ਼ ਕਰਦੇ ਉਹ ਇਹ ਡਰੱਗ ਬਾਹਰੋਂ ਲੈਂਦੇ ਆ ਐਂਡ ਇੱਥੇ ਡਿਸਫੰਕਸ਼ਨਲ ਕਿਉਂਕਿ ਇਹ ਬੜੀ ਅਡਿਕਟਿਵ ਆ ਜਿਹੜਾ ਇਹ ਕੈਮੀਕਲ ਨੇ ਬੜਾ ਅਡਿਕਟਿਵ ਆ ਜਿਹੜੇ ਅਸੀਂ ਐਂਡ ਇਹ ਨਹੀਂ ਜਿਹੜਾ ਇਹ ਜੇ ਆਊਟ ਆਫ ਬੈਲੈਂਸ ਚਲਾ ਜਾਵੇ ਸਾਡੇ ਲਈ ਬਹੁਤ ਖਰਾਬ ਆ ਫੋਰ ਐਗਜ਼ਾਮਪਲ ਇਵੇਂ ਹੈ ਨਾ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਹਰ ਵਾਰੀ ਤੁਸੀਂ ਵੈਜੀਟੇਬਲਸ ਹੀ ਖਾਈ ਜਾਵੋ ਰਾਈਟ ਕੋਈ ਤੁਹਾਡਾ ਕਾਰਬਨੇਬਲ ਵੈਜੀਟੇਬਲਸ ਹੀ ਖਾਈ ਜਾਓ ਤੁਹਾਡੀ ਬਾਡੀ ਡਿਸਫੰਕਸ਼ਨਲ ਹੋ ਜੂ ਬਿਕਾਜ਼ ਜਿਹੜੇ ਤੱਤ ਤੁਹਾਨੂੰ ਇੱਕ ਪ੍ਰੋਪਰ ਇੱਕ ਅਮਾਊਂਟ ਦੇ ਵਿੱਚ ਹੀ ਮਿਲਣੇ ਚਾਹੀਦੇ ਹਨ ਜੇ ਤੁਸੀਂ ਉਸ ਅਮਾਊਂਟ ਤੋਂ ਪਾਸੇ ਜਾਓਗੇ ਉਹ ਤੁਹਾਡੇ ਲਈ ਡਿਸਫੰਕਸ਼ਨਲ ਹੋਣਗੇ ਅਸੀਂ ਇਕੱਲਾ ਸਬਜ਼ੀਆਂ ਕਰਕੇ ਨਹੀਂ ਨਾ ਸਾਡੀ ਬਾਡੀ ਫੰਕਸ਼ਨ ਕਿਉਂਕਿ ਉਹਨੂੰ ਹਰ ਤਰ੍ਹਾਂ ਦੇ ਤੱਤ ਚਾਹੀਦੇ ਉਹਨੂੰ ਕਾਰਬਸ ਚਾਹੀਦੇ ਉਹਨੂੰ ਫਰੂਟਸ ਚਾਹੀਦੇ ਉਹਨੂੰ ਦੂਸਰੀਆਂ ਹੈਵੀ ਚੀਜ਼ਾਂ ਵੀ ਚਾਹੀਦੀਆਂ ਵਾ ਚੀਜ਼ ਚਾਹੀਦੀ ਉਹਨੂੰ ਉਹ ਵੀ ਉਹਨੂੰ ਫੈਟਨਿੰਗ ਚੀਜ਼ਾਂ ਵੀ ਚਾਹੀਦੀਆਂ ਸਾਡੀ ਬਾਡੀ ਨੂੰ ਪ੍ਰੋਪਰ ਅਮਾਊਂਟ 'ਤੇ ਸੋ ਇਹ ਜਿਹੜਾ ਡੋਪਾਮਾਈਨ ਹੈ ਹਾਈਲੀ ਅਡਿਕਟਿਡ ਆ ਜਿਹੜਾ ਤੁਸੀਂ ਵੀਡੀਓ ਗੇਮ ਦੇਖ ਲਓ ਉਹਨਾਂ ਲੋਕਾਂ ਦੇ ਗੋਲ ਸੈੱਟ ਹੁੰਦੇ ਇਸੇ ਕਰਕੇ ਸਾਡੇ ਬੱਚੇ ਵੀਡੀਓ ਗੇਮ ਤੋਂ ਪਾਸੇ ਹਟਾਉਣਾ ਉਹਨਾਂ ਨੂੰ ਕਿੰਨਾ ਔਖਾ ਕਿਉਂਕਿ ਇਹ ਇੱਕ ਅਡਿਕਟਿਵ ਬਣ ਜਾਂਦੀ ਹੈ ਇੱਕ ਐਡਿਕਸ਼ਨ ਬਣ ਜਾਂਦੀ ਹੈ ਕੈਮੀਕਲ ਨੂੰ ਅਸੀਂ ਪ੍ਰੋਪਰਲੀ ਬੈਲੈਂਸ ਰਵੇ ਅਸੀਂ ਨਾਰਮਲ ਜਿਹੜੇ ਗੋਲ ਸੈੱਟ ਕਰੀਏ ਪਰ ਜਦੋਂ ਇਹ ਵੀਡੀਓ ਗੇਮ ਤੋਂ ਬੱਚੇ ਉੱਠਦੇ ਨੇ ਐਕਚੁਅਲੀ ਉਹਨਾਂ ਦੇ ਅੰਦਰ ਹੀ ਡੋਪਾਮਾਈਨ ਰਿਲੀਜ਼ ਹੁੰਦੀ ਹੈ ਜਦੋਂ ਇੱਕ ਗੋਲ ਸੈੱਟ ਕਰਦੇ ਫਿਰ ਦੂਜੀ ਗੇਮ ਸੈੱਟ ਕਰਦੇ ਫਿਰ ਤੀਜੀ ਗੇਮ ਸੈੱਟ ਕਰਦੇ ਸੋ ਉਹਨਾਂ ਅੰਦਰ ਹੀ ਸੋ ਕਿਉਂਕਿ ਜਿਹੜੇ ਲੋਕ ਸਾਰਾ ਦਿਨ ਵੀਡੀਓ ਗੇਮ 'ਤੇ ਰਹਿੰਦੇ ਉਹਨਾਂ ਲਈ ਡਿਸਫੰਕਸ਼ਨਲ ਬਣ ਜਾਂਦਾ ਵਾ ਇਹ ਕੈਮੀਕਲ ਇਹ ਹਾਰਮੋਨ ਡਿਸਫੰਕਸ਼ਨਲ ਬਣ ਜਾਂਦਾ ਸੋ ਉਹਨਾਂ ਲਈ ਇਹ ਉਹਨਾਂ ਦੀ ਬਾਡੀ ਨੂੰ ਇਨਹਾਂਸ ਨਹੀਂ ਕਰਦਾ ਕਿਉਂਕਿ ਪ੍ਰੋਪਰ ਅਮਾਊਂਟ 'ਚ ਨਹੀਂ ਹੈਗਾ ਕਿਉਂਕਿ ਆਊਟ ਆਫ ਪ੍ਰਪੋਰਸ਼ਨ ਚਲਾ ਗਿਆ ਐਡਿਕਸ਼ਨ ਬਣਿਆ ਸੋ ਸੈੱਲ ਫੋਨ ਕੋਈ ਵੀ ਚੀਜ਼ ਜਿਹੜੇ ਲੋਕ ਕੰਮ ਹੀ ਕਰਨ ਲੱਗ ਜਾਂਦੇ ਜਿਹੜੇ ਲੋਕ ਬਹੁਤ ਪੈਸਾ ਕਮਾਉਣਾ ਉਹਦਾ ਗੋਲ ਹੀ ਬਣ ਜਾਂਦਾ ਹੁਣ ਅਸੀਂ 100 ਮਿਲੀਅਨ
200 ਮਿਲੀਅਨ 300 ਮਿਲੀਅਨ ਇੱਦਾਂ ਉਹਨਾਂ ਨੇ ਕਿਹਾ ਕਿ ਉਹ ਗੋਲ ਬਣ ਜਾਂਦਾ। ਐਂਡ ਹੁੰਦਾ ਕਿ ਉਸ ਗੋਲ ਦੇ ਵਿੱਚ ਉਹਨਾਂ ਦੇ ਰਿਸ਼ਤੇ ਸਫਰ ਕਰਦੇ, ਕਿਉਂਕਿ ਉਹ ਹਰ ਚੀਜ਼ ਨੂੰ ਪਿੱਛੇ ਧੱਕ ਦਿੰਦੇ ਆ ਉਸ ਗੋਲ ਨੂੰ ਅਚੀਵ ਕਰਨ ਵਾਸਤੇ। ਤੁਸੀਂ ਆਪਦੇ ਕੰਮ 'ਤੇ ਵੀ ਦੇਖੋ, ਕਈ ਲੋਕ ਹਾਈਲੀ ਇੰਨੇ ਜ਼ਿਆਦਾ ਗੋਲ ਓਰੀਐਂਟੇਟਡ ਹੁੰਦੇ ਆਪਦੇ ਕੰਮਾਂ ਦੇ ਵਿੱਚ ਕਿ ਉਹਦੇ ਰਿਸ਼ਤੇ ਵੀ ਪਿੱਛੇ ਛੱਡ ਜਾਂਦੇ, ਉਹ ਹਰ ਚੀਜ਼ ਪਿੱਛੇ ਛੱਡ ਜਾਂਦੇ, ਕਿਉਂਕਿ ਉਹਨਾਂ ਨੂੰ ਸਿਰਫ ਆਪਣਾ ਕੰਮ ਦਿਖਦਾ ਹੁੰਦਾ। ਉਹ ਦੂਸਰੀਆਂ ਜਿਹੜੀਆਂ ਜ਼ਿੰਦਗੀ ਦੀਆਂ ਕਿਰਿਆਵਾਂ ਹੁੰਦਾ ਉਹਨਾਂ 'ਚ ਡਿਸਫੰਕਸ਼ਨਲ ਹੋ ਜਾਂਦੇ ਆ। ਸੋ ਜਿਹੜੇ ਵੀ ਲੋਕ ਇਹ ਜਿਹੜਾ ਟ੍ਰਿਗਰ ਅਸੀਂ ਯੂਜ਼ ਕਰਦੇ, ਜਿਹੜਾ ਇਹ ਹਾਰਮੋਨ ਯੂਜ਼ ਕਰਦੇ, ਇਹਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਐਡਿਕਸ਼ਨ ਬਣ ਜਾਂਦਾ। ਸ਼ੂਗਰ ਵਾਂਗੂ ਪ੍ਰੋਪਰ ਸ਼ੂਗਰ ਤੁਸੀਂ ਆਪਣੀ ਬਾਡੀ ਨੂੰ ਦਿੰਦੇ ਆ, ਗੁੱਡ, ਪਰ ਜੇ ਤੁਸੀਂ ਸ਼ੂਗਰ ਆਪਦੀ ਬਾਡੀ ਨੂੰ ਆਊਟ ਆਫ ਆਰਡਰ ਬਹੁਤ ਜ਼ਿਆਦਾ ਦਿੰਦੇ ਹੋ ਤਾਂ ਤੁਹਾਡੇ ਲਈ ਡਾਇਬੀਟਿਕ ਹੋਰ ਵੀ ਜਿਹੜੀਆਂ ਪ੍ਰੋਬਲਮਾਂ ਤੁਹਾਨੂੰ ਬਣ ਜਾਂਦੀਆਂ। ਸੋ ਬੈਲੈਂਸ ਹੋਣਾ ਇਸ ਹਾਰਮੋਨ ਦਾ ਬੜਾ ਜ਼ਰੂਰੀ ਆ। ਫੋਰ ਐਗਜ਼ਾਮਪਲ ਸਾਡੇ ਫੋਨ ਕੀ ਆ, ਡੋਪਾਮਾਈਨ। ਜਦੋਂ ਵੀ ਅਸੀਂ ਆਪਣੇ ਫੋਨ ਦੀ ਸਕਰੀਨ ਦੇਖਦੇ ਹਾਂ, ਸਾਡਾ ਗੋਲ ਹੁੰਦਾ ਕੋਈ ਨਵੀਂ ਲਾਈਕਸ ਆਈ, ਕੋਈ ਨਵੀਂ ਕਮੈਂਟ ਆਇਆ, ਕੋਈ ਨਵੇਂ ਵਿਊ ਆਏ, ਕੋਈ ਨਵੀਂ ਵੀਡੀਓ ਆਈ। ਇਸੇ ਕਰਕੇ ਤਾਂ ਅਸੀਂ ਐਡਿਕਸ਼ਨ ਹੋ ਗਿਆ। ਜਿਹੜੇ ਸਾਡੇ ਕੋਲ ਬੈਠੇ ਹੁੰਦੇ ਰਿਸ਼ਤੇ ਸੀ ਉਹਨਾਂ ਨੂੰ ਕੰਪਲੀਟਲੀ ਇਗਨੋਰ ਕਰਦੇ, ਬਿਕਾਜ਼ ਸਾਨੂੰ ਡੋਪਾਮਾਈਨ ਕਿੱਕ ਮਿਲ ਰਹੀ ਹੁੰਦੀ ਹੈ। ਐਂਡ ਅਸੀਂ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਆ ਉਹ ਪਾਲੀ ਡੋਪਾਮਾਈਨ ਕਿੱਕ 'ਤੇ ਰਹੀ ਆ, ਕਿਉਂਕਿ ਸਾਨੂੰ ਇਹ ਆਊਟ ਆਫ ਬੈਲੈਂਸ ਹੋਇਆ ਹੋਇਆ ਹਾਰਮੋਨ, ਐਂਡ ਅਸੀਂ ਲਈ ਜਾ ਰਹੇ ਹਾਂ ਐਜ਼ ਜਿਹੜੀ ਯੰਗ ਜਨਰੇਸ਼ਨ ਆ। ਸੋ ਦੂਸਰਾ ਹੈਗਾ ਸੈਰੋਟੋਨਿਨ। ਇਹਦਾ ਮਤਲਬ ਇਹ ਹੈ ਕਿ ਅਸੀਂ ਆਪਦੇ ਆਪ, ਸਾਡਾ ਇੱਕ ਮਾਨਸਿਕ ਤੱਤ ਹੈ ਕਿ ਅਸੀਂ ਇੱਜ਼ਤ ਸਾਨੂੰ ਚਾਹੀਦੀ ਹੈ ਕਮਿਊਨਿਟੀ ਤੋਂ, ਸਾਨੂੰ ਸੁਸਾਇਟੀ ਤੋਂ, ਸਾਨੂੰ ਚਾਹੀਦਾ ਕਿ ਕੋਈ ਲੋਕ ਸਾਨੂੰ ਦੇਖਣ, ਸਾਡੇ 'ਤੇ ਪ੍ਰਾਊਡ ਮਹਿਸੂਸ ਕਰਨ, ਸਾਨੂੰ ਇਹ ਕਹਿਣ ਕਿ ਵਾਕਈ ਤੁਸੀਂ ਬਹੁਤ ਵਧੀਆ ਕੰਮ ਕੀਤਾ, ਤੁਹਾਡੀ ਰਿਸਪੈਕਟ ਅਤੇ ਤੁਹਾਨੂੰ ਐਡਮਾਇਰ ਕਰਨ। ਫੋਰ ਐਗਜ਼ਾਮਪਲ ਜਿਹੜੀਆਂ ਤੁਸੀਂ ਦੇਖੋ ਗ੍ਰੈਜੂਏਸ਼ਨ ਸੈਰਾਮੋਨੀਜ਼ ਹੁੰਦੀਆਂ ਵਾ, ਜਿਹੜੇ ਵਿਆਹ ਹੁੰਦੇ ਆ, ਕਿਉਂ ਅਸੀਂ ਲੋਕਾਂ ਦੇ ਸਾਹਮਣੇ ਕਰਦੇ ਹਾਂ? ਕਿਉਂਕਿ ਅਸੀਂ ਪ੍ਰਾਊਡ ਮਹਿਸੂਸ ਕਰਦੇ, ਇੰਨੇ ਲੋਕ ਸਾਨੂੰ ਉੱਥੇ ਸਾਡੀ ਫੈਮਿਲੀ ਬੈਠੀ ਹੁੰਦੀ, ਸਾਨੂੰ ਮਹਿਸੂਸ ਹੁੰਦਾ ਵਾ ਕਿ ਅਸੀਂ ਪ੍ਰਾਊਡ ਮਹਿਸੂਸ ਕਰਦੇ ਹਾਂ, ਅਸੀਂ ਪ੍ਰਾਈਡ ਮਹਿਸੂਸ ਕਰਦੇ ਹਾਂ ਕਿ ਸਾਡੀ ਲੋਕੀ ਸਾਨੂੰ ਐਡਮਾਇਰ ਕਰਦੇ ਕਿਉਂਕਿ ਇੱਕ ਅਸੀਂ ਚੰਗਾ ਕੰਮ ਕੀਤਾ। ਸੋ ਸਾਨੂੰ ਸੋਸ਼ਲ ਰੈਕਗਨਾਈਜੇਸ਼ਨ ਮਿਲਦੀ ਹੈ, ਐਂਡ ਇਹ ਬੜਾ ਜ਼ਰੂਰੀ ਹੈ ਸਾਨੂੰ ਰਿਸ਼ਤਿਆਂ ਦੇ ਵਿੱਚੋਂ ਮਿਲੇ। ਸੋ ਇਹ ਤੱਤ ਬਹੁਤ ਸਾਡੇ ਲਈ ਸਾਨੂੰ ਚਾਹੀਦਾ ਵਾ ਕਿ ਅਸੀਂ ਐਂਡ ਤੁਸੀਂ ਦੇਖ ਲਓ ਵੀ ਅਸੀਂ ਕਈ ਵਾਰ ਸੋਚਦੇ ਨੇ ਲੋਕ ਸਾਡੇ ਬਾਰੇ ਕੀ ਕਹਿਣਗੇ। ਐਗਜ਼ੈਕਟਲੀ ਇਹ ਇਸੇ ਹੀ ਤੱਤ ਦੇ ਵਿੱਚੋਂ ਆਉਂਦਾ ਵਾ ਕਿ ਸਾਨੂੰ ਸੋਸ਼ਲ ਰੈਕਗਨਾਈਜੇਸ਼ਨ, ਸਾਨੂੰ ਲੋਕ ਰੈਕਗਨਾਈਜ਼ ਕਰਨ, ਸਾਨੂੰ ਲੋਕ ਕਹਿਣ ਕਿ ਵਾਕਈ ਮੈਂ ਦੇਖ ਰਿਹਾ, ਤੂੰ ਕਾਫੀ ਐਡਮਾਇਰੇਬਲ ਆ। ਸੋ ਰਿਸਪੈਕਟ ਕਰਨ। ਐਂਡ ਇਹਦਾ ਵੀ ਇੱਕ ਨੈਗੇਟਿਵ, ਇਹ ਵੀ ਇੰਬੈਲੈਂਸ, ਇਹਦਾ ਵੀ ਇੱਕ ਨੈਗੇਟਿਵ ਅਸੀਂ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਜਦੋਂ ਤੁਸੀਂ ਕੰਪਨੀਆਂ ਦੇ ਕੱਪੜੇ ਪਾਉਣੇ ਆ, ਜਾਂ ਅਸੀਂ ਮਹਿੰਗੇ ਬ੍ਰਾਂਡ ਪਾਉਣੇ ਆ, ਮਹਿੰਗਾ ਆਪਦੇ ਮੂੰਹ 'ਤੇ ਮੇਕਅਪ ਲਾਉਣੇ ਆ, ਤਾਂ ਜੋ ਲੋਕ ਸਾਨੂੰ ਐਡਮਾਇਰ ਕਰ ਸਕਣ, ਤਾਂ ਜੋ ਲੋਕ ਸਾਨੂੰ ਰਿਸਪੈਕਟ ਕਰ ਸਕਣ। ਐਂਡ ਇੱਥੇ ਡਿਸਫੰਕਸ਼ਨਲ ਹੁੰਦਾ ਵਾ ਜਿਹੜਾ ਤੁਸੀਂ ਟ੍ਰਿਕ ਕਰਦੇ ਹੋ ਸੈਰੋਟੋਨਿਨ ਨੂੰ। ਹੁੰਦਾ ਕੀ ਆ ਕਿ ਜਦੋਂ ਸਾਨੂੰ ਜੈਨੂਅਨ ਰਿਸਪੈਕਟ ਮਿਲਦੀ ਹੈ, ਜਦੋਂ ਸਾਨੂੰ ਜੈਨੂਅਨ ਐਡਮਾਇਰੇਸ਼ਨ ਮਿਲਦੀ ਆ, ਜਿਵੇਂ ਅਸੀਂ ਡਿਗਰੀਆਂ ਲੈਂਦੇ ਹਾਂ ਆਪਦੀਆਂ, ਜਾਂ ਅਸੀਂ ਜੋਬ 'ਤੇ ਕਰਦੇ, ਜਾਂ ਸਾਡਾ ਪਾਰਟਨਰ ਸਾਡੇ 'ਚ ਕੋਈ ਚੰਗੀਆਂ ਚੀਜ਼ਾਂ ਅਸੀਂ ਕਰਦੇ ਹਾਂ, ਘਰ ਦੇ ਵਿੱਚ ਸਾਡੀ ਰਿਸਪੈਕਟ ਕਰਦਾ, ਸਾਡੀ ਐਡਮਾਇਰ ਕਰਦਾ ਵਾ, ਸਾਨੂੰ ਚੰਗਾ ਉਹ ਜੈਨੂਅਨ ਹੁੰਦੀ, ਕਿਉਂਕਿ ਰਿਸ਼ਤਾ ਬਣਦਾ ਵਾ ਉੱਥੇ। ਹੁੰਦਾ ਕਿ ਜਦੋਂ ਤੁਸੀਂ ਦੇਖ ਲਓ ਜਿਹੜੇ ਬ੍ਰਾਂਡ ਨੇਮ ਆ ਉਹਨਾਂ ਦੇ ਹਮੇਸ਼ਾ ਟੈਗ ਬਾਹਰ ਲੱਗੇ ਹੁੰਦੇ ਆ, ਅੰਦਰ ਨਹੀਂ ਲੱਗਿਆ ਹੁੰਦਾ, ਕਿਉਂਕਿ ਟੈਗ ਬਾਹਰ ਲੱਗਿਆ ਹੁੰਦਾ ਦਿਖਾਉਣ ਨੂੰ ਲੋਕਾਂ ਨੂੰ ਕਿ ਮੈਂ ਇੰਨਾ ਮਹਿੰਗਾ ਕੱਪੜਾ ਪਾਇਆ ਵੇ, ਜਾਂ ਮੈਂ ਇੰਨੀ ਮਹਿੰਗੀ ਕਾਰ ਦੇ ਵਿੱਚ ਬੈਠਾ, ਜਾਂ ਮੈਂ ਇੰਨੀ ਮਹਿੰਗੀ ਮੇਰੇ ਐਕਸੈਸਰੀ ਪਾਈ ਵੀ, ਜਾਂ ਮੇਰੇ ਇੰਨਾ ਮਹਿੰਗਾ ਪਰਸ ਪਾਇਆ ਵਾ। ਉਹਨਾਂ ਦੇ ਜਿਹੜੇ ਲੋਗੋ ਆ ਤੁਸੀਂ ਦੇਖੋ ਹਰ ਵਕਤ ਬਾਹਰ ਲੱਗੇ ਹੋਣਗੇ ਲੋਕਾਂ ਨੂੰ ਦਿਖਾਉਣ ਵਾਸਤੇ, ਕਿਉਂਕਿ ਅਸੀਂ ਸਟੇਟਸ ਕ੍ਰੀਏਟ ਕਰਨਾ। ਸੋ ਜਿਹੜੀ ਸੈਰੋਟੋਨਿਨ ਆ ਉਹਨੂੰ ਅਸੀਂ ਇਸ ਤਰੀਕੇ ਨਾਲ ਟ੍ਰਿਕ ਕੀਤਾ। ਐਂਡ ਇਹਦਾ ਵੀ ਬੈਲੈਂਸ ਬੜਾ ਜ਼ਰੂਰੀ ਆ, ਬਿਕਾਜ਼ ਜਿਹੜੀ ਵੀ ਤੁਹਾਡੀ ਰਿਸ਼ਤਾ, ਜਦੋਂ ਵੀ ਲੋਕ ਤੁਹਾਨੂੰ ਰਿਸਪੈਕਟ ਅਤੇ ਐਡਮਾਇਰ ਕਰਨ, ਉਹ ਇੱਕ ਜੈਨੂਅਨ ਰਿਸ਼ਤਾ ਹੋਵੇ, ਉਹ ਇੱਕ ਫੇਕ 'ਤੇ ਨਾ ਬੇਸਡ ਹੋਵੇ, ਜਿਵੇਂ ਕਿ ਅਸੀਂ ਬਹੁਤ ਸਾਰਾ ਮੇਕਅਪ ਲਾ ਲਈਏ, ਆਪਦੇ ਆਪ ਨੂੰ ਬਹੁਤ ਸੋਹਣਾ ਬਣਾ ਲਈਏ ਤਾਂ ਜੋ ਲੋਕ ਸਾਨੂੰ ਉਸ ਕਿਉਂਕਿ ਉਹ ਇੱਕ ਜੈਨੂਅਨ ਰਿਸ਼ਤਾ ਨਹੀਂ ਬਣਦਾ ਗਾ। ਜੇ ਫੋਰ ਐਗਜ਼ਾਮਪਲ ਤੁਸੀਂ ਬ੍ਰਾਂਡ ਨੇਮ ਚੀਜ਼ਾਂ ਪਰ ਮਹਿੰਗੀਆਂ ਕਾਰਾਂ, ਤੁਸੀਂ ਸੋਚਦੇ ਵਾਕਈ ਲੋਕ ਤੁਹਾਨੂੰ ਇੱਜ਼ਤ ਦੇਣ ਲੱਗ ਗਏ, ਕਿਉਂਕਿ ਉਹ ਇੱਕ ਫੇਕ, ਉਹ ਰਿਸ਼ਤਾ ਨਹੀਂ ਹੁੰਦਾ। ਉੱਥੇ ਸਿਰਫ ਲੋਕ ਤੁਹਾਡੀ ਉੱਪਰੋਂ ਐਡਮਿਰੇਸ਼ਨ ਕਰਦੇ ਆ, ਪਰ ਉਹ ਅੰਦਰੋਂ ਤੁਹਾਡਾ ਰਿਸ਼ਤਾ ਨਹੀਂ ਬਣਦਾ। ਸੋ ਇਸ ਕਰਕੇ ਰਿਸ਼ਤੇ ਦਾ ਬੜਾ ਜ਼ਰੂਰੀ ਹੈ ਕਿ ਇਹ ਸੈਰੋਟੋਨਿਨ ਇਹ ਜ਼ਿਆਦਾ ਤੁਹਾਡੀ ਬਾਡੀ ਦੇ ਵਿੱਚ ਰਿਲੀਜ਼ ਹੋ ਸਕੇ। ਸੋ ਸਾਨੂੰ ਜਿਹੜੀ ਸੋਸ਼ਲ ਰੈਕਗਨਾਈਜੇਸ਼ਨ ਚਾਹੀਦੀ ਆ, ਪਰ ਤੁਹਾਨੂੰ ਆਪਣੇ ਪਾਰਟਨਰ ਤੋਂ ਚਾਹੀਦੀ, ਤੁਸੀਂ ਵੀ ਰੈਕਗਨਾਈਜ਼ ਕਰੋ, ਬਿਕਾਜ਼ ਮੋਸਟ ਆਫ ਦਾ ਟਾਈਮ ਇਹ ਤੱਤ ਉਦੋਂ ਹੁੰਦਾ ਕਿ ਪਹਿਲਾਂ ਤਾਂ ਤੁਸੀਂ ਆਪਦੇ ਆਪ 'ਚ ਕਾਫੀ ਚੀਜ਼ਾਂ ਲਿਖਣ ਲੱਗ ਜਾਓ ਕਿ ਮੈਨੂੰ ਕਿੱਥੇ ਲੋਕੀ ਰਿਸਪੈਕਟ ਕਰਦੇ ਆ, ਕਿੱਥੇ ਲੋਕ ਮੈਨੂੰ ਰੈਕਗਨਾਈਜ਼ ਚੰਗਾ ਕਰਦੇ ਆ, ਮੇਰੀ ਰੈਕਗਨਾਈਜ਼। ਸੋ ਬਹੁਤ ਥਾਵਾਂ 'ਤੇ ਸਾਡੀ ਰਿਸਪੈਕਟ ਹੁੰਦੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਇੱਕ ਬਹੁਤ ਵੱਡੇ ਪਲੇਟਫਾਰਮ 'ਤੇ ਹੋਵੋ ਅਤੇ ਮਿਲੀਅਨ ਤੁਹਾਡੇ ਵਿਊਜ਼ ਹੋਣ, ਲੋਕੀ ਤੁਹਾਨੂੰ ਰਿਸਪੈਕਟ ਕਰਨ। ਜੇ ਤੁਸੀਂ ਘਰ ਦੇ ਵਿੱਚ ਵੀ ਕੋਈ ਆਪਣੇ ਪਾਰਟਨਰ ਦੀ ਚੰਗੀ ਗੱਲ ਹੋਵੇ, ਉਹਨਾਂ ਨੂੰ ਰਿਸਪੈਕਟ ਕਰਦੇ ਹੋ, ਐਂਡ ਹੁੰਦਾ ਕੀ ਉਹ ਤੁਸੀਂ ਰਿਸੀਵ ਵੀ ਕਰਦੇ, ਕਿਉਂਕਿ ਉਹ ਵੀ ਤੁਹਾਨੂੰ ਵਾਪਸ ਕਰਦੇ। ਤੁਸੀਂ ਬੱਚੇ ਨੂੰ ਰਿਸਪੈਕਟ ਕਰਦੇ, ਉਹ ਵੀ ਤੁਹਾਨੂੰ ਵਾਪਸ ਕਰਦਾ। ਸੋ ਛੋਟੇ ਇੱਕ ਪੇਪਰ 'ਤੇ ਛੋਟੇ ਪੁਆਇੰਟ ਲਿਖਣ ਲੱਗ ਜਾਓ ਕਿ ਕਿੱਥੇ ਤੁਹਾਨੂੰ ਰਿਸਪੈਕਟ ਮਹਿਸੂਸ ਹੁੰਦੀ ਆ,
ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿਉਂਕਿ ਹੁੰਦਾ ਕਿ ਜਦੋਂ ਅਸੀਂ ਹਰ ਥਾਂ 'ਤੇ ਉਹੀ ਮਹਿਸੂਸ ਕਰਨ ਲੱਗ ਜਾਂਦੇ ਕਿ ਇੱਥੇ ਵੀ ਮੇਰੀ ਡਿਸਰਿਸਪੈਕਟ ਹੋਈ, ਇੱਥੇ ਵੀ ਮੇਰੀ ਡਿਸਰਿਸਪੈਕਟ ਹੋਈ, ਇੱਥੇ ਵੀ ਮੇਰੀ ਡਿਸਰਿਸਪੈਕਟ ਹੋਈ, ਤੁਹਾਡੀ ਬਾਡੀ ਦੇ ਵਿੱਚ ਇਹ ਕੈਮੀਕਲ ਦੀ ਕਮੀ ਆ ਜਾਂਦੀ ਆ। ਸੋ ਆਪਦੇ ਆਪ 'ਤੇ ਫੋਕਸ ਕਰੋ ਕਿ ਕਿੱਥੇ ਕਿੱਥੇ ਮੈਨੂੰ ਇੱਜ਼ਤ ਮਿਲਦੀ ਵੀ ਆ, ਮੇਰੇ ਬੱਚੇ ਮੇਰੀ ਰਿਸਪੈਕਟ ਕਰਦੇ ਆ, ਮੇਰਾ ਫਲਾਨਾ ਦੋਸਤ ਮੇਰੀ ਰਿਸਪੈਕਟ ਕਰਦਾ, ਐਂਡ ਆਪ ਵੀ ਦੇਵੋ, ਕਿਉਂਕਿ ਜਦੋਂ ਤੁਸੀਂ ਰਿਸਪੈਕਟ ਦਿਓਗੇ ਤੁਸੀਂ ਅਗਲੇ ਦਾ ਤੱਤ ਪੂਰਾ ਕਰ ਰਹੇ ਹੋ, ਅਗਲੇ ਦਾ ਮਾਨਸਿਕ ਤੱਤ ਪੂਰਾ ਕਰਦੇ ਹੋ, ਲੈਸੇ ਆਪਦੇ ਪਾਰਟਨਰ ਦੀ। ਐਂਡ ਹੋਊਗਾ ਕਿ ਜਦੋਂ ਤੁਹਾਡਾ ਪਾਰਟਨਰ ਇਹ ਮਹਿਸੂਸ ਕਰਨ ਲੱਗੇ ਕਿ ਇਹ ਇਨਸਾਨ ਮੇਰੀ ਰਿਸਪੈਕਟ ਕਰਦਾ ਕਈ ਚੀਜ਼ਾਂ ਦੀ, ਉਹ ਵੀ ਤੁਹਾਨੂੰ ਰਿਸਪੈਕਟ ਦੇਣ ਲੱਗ ਜੂ, ਐਂਡ ਉਹਦੇ ਨਾਲ ਤੁਹਾਡਾ ਵੀ ਤੱਤ ਪੂਰਾ ਹੋ ਜਾਊਗਾ। ਸੋ ਸੋਸ਼ਲ ਰੈਕਗਨਾਈਜੇਸ਼ਨ, ਪਰ ਜਿਹੜੀ ਅਸੀਂ ਬ੍ਰਾਂਡ ਦੀ ਕਰਦੇ ਅਸੀਂ ਸੋਚਦੇ ਮਿਲੀਅਨ ਵਿਊਜ਼ ਹੋਣ, ਇਹ ਅਸੀਂ ਐਕਸਟ੍ਰੀਮ 'ਤੇ ਲੈ ਕੇ ਇਹ ਆਊਟ ਆਫ ਬੈਲੈਂਸ ਲੈ ਗਏ। ਉਹਦੇ ਨਾਲ ਇਹ ਸਾਡੇ ਬਾਡੀ ਦੇ ਵਿੱਚ ਸਾਡੇ ਜੈਨੂਅਨ ਅਮਾਊਂਟ 'ਚ ਨਹੀਂ ਰਿਲੀਜ਼ ਹੁੰਦਾ ਗਾ, ਕਿਉਂਕਿ ਸਾਨੂੰ ਪਤਾ ਗਾ ਕਿ ਉਹ ਇੱਕ, ਤੁਸੀਂ ਦੇਖੋ ਜਿਵੇਂ ਜਿਹੜੇ ਫਿਲਮ ਸਟਾਰ ਆ ਉਹਨਾਂ ਦੇ ਇੰਨੇ ਫੈਨ ਬੇਸ ਹੁੰਦੇ ਆ, ਉਹ ਮਹਿਸੂਸ ਨਹੀਂ ਕਰਦੇ ਕਿ ਮੈਂ ਰਿਸਪੈਕਟਡ ਹਾਂ, ਤਾਂ ਹੀ ਤਾਂ ਉਹ ਕਈ ਵਾਰ ਸੈਲਫ ਹਾਰਮ ਵਾਲੀਆਂ ਚੀਜ਼ਾਂ ਕਰ ਲੈਂਦੇ, ਜਿਵੇਂ ਕਿ ਆਪਾਂ ਪਿੱਛੇ ਜੇ ਇੱਕ ਫਿਲਮ ਸਟਾਰ ਨੂੰ ਦੇਖਿਆ, ਬਿਕਾਜ਼ ਉਹਦੇ ਨਾਲ ਰਿਸ਼ਤਾ ਵੀ ਹੋਣਾ, ਉਹ ਜੈਨੂਅਨ ਹੋਣੀ ਚਾਹੀਦੀ ਆ। ਜੇ ਤੁਹਾਡੀ ਕੋਈ ਰਿਸਪੈਕਟ ਕਰਦਾ, ਜੇ ਤੁਹਾਡੀ ਕੋਈ ਐਡਮਾਇਰ ਕਰਦਾ ਤੁਹਾਨੂੰ, ਉਹ ਇੱਕ ਜੈਨੂਅਨ ਰਿਸ਼ਤਾ ਉਹਦੇ ਨਾਲ ਆਉਣਾ ਚਾਹੀਦਾ, ਤਾਂ ਜੋ ਤੁਹਾਡੀ ਬਾਡੀ ਇਹ ਤੱਤ ਲੈ ਸਕੇ। ਸੋ ਸੱਚਾ ਜਿਹਾ ਅਤੇ ਜੈਨੂਅਨ ਜਿਹਾ ਹੋਵੇ, ਫੇਕ ਨਹੀਂ, ਬਿਕਾਜ਼ ਫੇਕ ਤਾਂ ਅਸੀਂ ਅਸੀਂ $15,000 ਵਾਲਾ ਪਰਸ ਫੜ ਲਈਏ ਜਾਂ ਕਾਰ ਲਾ ਲਈਏ, ਪਰ ਸਾਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿਸੇ ਨੂੰ ਇੰਪ੍ਰੈਸ ਕਰਨ ਦੀ, ਐਡਮਾਇਰ ਅਗਲਾ ਸਾਨੂੰ ਰਿਸਪੈਕਟ ਕਰੋ, ਪਰ ਉਹਦੇ ਨਾਲ ਰਿਸ਼ਤਾ ਨਹੀਂ, ਕਿਉਂਕਿ ਔਥੈਂਟਿਕ ਰਿਸ਼ਤਾ ਨਹੀਂ ਤੁਹਾਡਾ ਉਸ ਇਨਸਾਨ ਨਾਲ ਬਣਦਾ। ਹਾਂਜੀ, ਸੋ that's serotonin, and then next one is oxytocin. ਸੋ ਇਹ ਬਹੁਤ ਵਧੀਆ ਕੈਮੀਕਲ ਆ, ਐਂਡ ਇਹ ਜਿੰਨਾ ਵੀ ਸਾਨੂੰ ਮਿਲੇ, ਇਹਦੀ ਕੋਈ ਹੈ ਨਹੀਂ ਕਿ ਇਹਦਾ ਕੋਈ ਬੈਲੈਂਸ, ਇਹ ਜਿੰਨਾ ਵੀ ਸਾਨੂੰ ਮਿਲੇ ਉਨਾ ਹੀ ਸਾਡੇ ਲਈ ਵਧੀਆ ਵਾ। ਐਂਡ ਮੋਸਟਲੀ ਜਦੋਂ ਮਦਰਸ ਬੱਚੇ ਨੂੰ ਜਨਮ ਦਿੰਦੀਆਂ, ਉਹਨਾਂ ਦੀ ਬਾਡੀ ਦੇ ਵਿੱਚ ਕੈਮੀਕਲ ਬਹੁਤ ਜ਼ਿਆਦਾ ਰਿਲੀਜ਼ ਹੁੰਦਾ, ਐਂਡ ਇਸੇ ਕਰਕੇ ਜਿਹੜਾ ਮਦਰ ਅਤੇ ਬੱਚੇ ਦਾ ਬੌਂਡ ਹੁੰਦਾ ਵਾ, ਉਹ ਬੜਾ ਇੱਕ ਨਰਿਸ਼ਿੰਗ ਬੌਂਡ ਹੁੰਦਾ ਵਾ। ਸੋ ਇਹ ਤੁਸੀਂ ਕਿੱਥੋਂ ਲੈ ਸਕਦੇ ਆ? ਇਹ ਦੇਖੋ, ਇੱਕ ਟਰਸਟ, ਇੱਕ ਕੌਨਸ਼ੀਅਸਲੀ ਹੌਲੀ ਟਰਸਟ ਪੈਦਾ ਹੁੰਦਾ ਵਾ। ਸੋ ਫੋਰ ਐਗਜ਼ਾਮਪਲ ਜਦੋਂ ਕੋਈ ਤੁਹਾਨੂੰ ਟਰਸਟ ਕਰਦਾ ਐਂਡ ਤੁਸੀਂ ਕਿਸੇ ਨੂੰ ਟਰਸਟ ਕਰਦੇ ਹੋ, ਇਹ ਕੈਮੀਕਲ ਰਿਲੀਜ਼ ਹੁੰਦਾ ਵਾ। ਜਦੋਂ ਤੁਸੀਂ ਫਿਜ਼ੀਕਲ ਟੱਚ, ਫਿਜ਼ੀਕਲ ਇੰਟੀਮੇਸੀ ਤੁਹਾਡੀ ਹੁੰਦੀ ਆ, ਚਾਹੇ ਤੁਹਾਨੂੰ ਕੋਈ ਹੱਗ ਦਿੰਦਾ, ਚਾਹੇ ਕੋਈ ਤੁਹਾਡੇ ਇੱਥੇ ਹੱਥ ਲਾਉਂਦਾ ਵਾ, ਉਹਦੇ ਨਾਲ ਕੈਮੀਕਲ ਤੁਹਾਡੀ ਬਾਡੀ ਦੇ ਵਿੱਚ ਰਿਲੀਜ਼ ਹੁੰਦਾ ਵਾ। ਸੋ ਜਿੰਨਾ ਵੀ ਤੁਸੀਂ ਸੋਸ਼ਲ ਬੌਂਡ, ਤੁਹਾਡਾ ਬੌਂਡ, ਤੁਹਾਡੇ ਰਿਸ਼ਤਿਆਂ ਦੇ ਵਿੱਚ ਬੌਂਡ ਨਾਲ ਇਹ ਕੈਮੀਕਲ ਤੁਹਾਡੀ ਬਾਡੀ ਦੇ ਵਿੱਚ ਰਿਲੀਜ਼ ਹੁੰਦਾ ਵਾ। ਫਿਜ਼ੀਕਲ ਇੰਟੀਮੇਸੀ, ਇਮੋਸ਼ਨਲ ਇੰਟੀਮੇਸੀ, ਸਾਡੇ ਪਾਰਟਨਰ ਨਾਲ, ਸਾਡੇ ਬੱਚਿਆਂ ਦੇ ਨਾਲ ਇਹ ਚੀਜ਼ਾਂ ਰਿਲੀਜ਼ ਹੁੰਦੀਆਂ, ਸਾਨੂੰ ਚੰਗਾ ਮਹਿਸੂਸ ਹੁੰਦਾ। ਸੋ ਇਹ ਜਿਹੜਾ ਇਹ ਕੈਮੀਕਲ ਆ ਨਾ, ਉਹ ਕਹਿੰਦੇ ਕਿ ਜਿਹੜਾ ਇਹ ਹਾਰਮੋਨ ਆ ਤੁਹਾਡੀ ਬਾਡੀ ਦੇ ਵਿੱਚ ਜਦੋਂ ਰਹੂਗਾ ਨਾ, ਬਹੁਤ ਘੱਟ ਚਾਂਸਸ ਆ ਕਿ ਤੁਹਾਡੇ ਐਡਿਕਸ਼ਨ ਦੇ ਵਿੱਚ ਪੈਣ ਦੇ, ਕਿਉਂਕਿ ਇਹ ਜਿਹੜਾ ਸੋਸ਼ਲ ਕਨੈਕਸ਼ਨ ਹੈ ਜਿਹੜਾ, ਪਰ ਤੁਸੀਂ ਹਰੇਕ ਕਿਸੇ 'ਤੇ ਟਰਸਟ ਨਹੀਂ ਕਰ ਸਕਦੇ, ਕਿਉਂਕਿ ਇੱਕ ਟਰਸਟ ਹੌਲੀ ਬਣਦਾ। ਫੋਰ ਐਗਜ਼ਾਮਪਲ, ਜੇ ਇੱਕ ਤੁਸੀਂ ਇਨਸਾਨ ਨੂੰ ਅੱਜ ਇੱਕ ਗੱਲ ਦੱਸੀ, ਕੱਲ੍ਹ ਨੂੰ ਤੁਸੀਂ ਉਹਨੂੰ 2 ਦੱਸੋ, ਪਰਸੋਂ ਨੂੰ 3 ਦੱਸੋ, ਹੌਲੀ ਟਰਸਟ ਬਿਲਡ ਕਰੋ। ਫੋਰ ਐਗਜ਼ਾਮਪਲ, ਜਿਵੇਂ ਸਾਡੇ ਰਿਸ਼ਤੇ ਆ, ਉਹ ਹੌਲੀ ਵਧੀਆ ਬਣਦੇ ਆ, ਕਿਉਂਕਿ ਜਦੋਂ ਅਸੀਂ ਵਿਆਹ ਕਰਾਉਂਦੇ ਆ ਜਾਂ ਅਸੀਂ ਡੇਟ ਵੀ ਕਰਦੇ, ਪਹਿਲੇ ਦਿਨ ਨਹੀਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਪਿਆਰ ਆ, ਹੌਲੀ ਤੁਹਾਨੂੰ ਪਿਆਰ ਹੁੰਦਾ ਵਾ, ਹੌਲੀ ਤੁਹਾਡੇ ਉਹ ਰਿਸ਼ਤੇ ਦੀ ਇੱਕ ਸਟੇਬਲ ਬਣਦਾ ਵਾ, ਹੌਲੀ ਉਸ ਰਿਸ਼ਤੇ ਦੇ ਵਿੱਚ ਤੁਸੀਂ ਜ਼ਿਆਦਾ ਸਿਕਿਉਰ ਮਹਿਸੂਸ ਕਰਨ ਲੱਗ ਜਾਂਦੇ ਹੋ, ਜ਼ਿਆਦਾ ਸੇਫ ਮਹਿਸੂਸ ਕਰਨ ਲੱਗ ਜਾਂਦੇ ਹੋ। ਸੋ ਉੱਥੇ ਜਿਹੜਾ ਇਹ ਤਾਂ ਇੱਕ ਬੈਸਟ ਕੈਮੀਕਲ ਆ ਜਿਹੜਾ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਰਿਲੀਜ਼ ਹੁੰਦਾ, ਐਂਡ ਮੋਸਟ ਆਫ ਐਂਡ ਇਹ ਸਿਰਫ ਸਾਡੇ ਬੌਂਡ, ਸੋਸ਼ਲ ਬੌਂਡ ਅਤੇ ਸਾਡੇ ਰਿਸ਼ਤਿਆਂ ਦੇ ਵਿੱਚੋਂ ਆਉਂਦਾ, ਫਿਜ਼ੀਕਲ ਟੱਚ ਦੇ ਵਿੱਚੋਂ ਆਉਂਦਾ ਵਾ। ਜਦੋਂ ਅਸੀਂ ਕਿਸੇ ਦੀ ਕੇਅਰ ਵੀ ਕਰਦੇ ਹਾਂ, ਉਦੋਂ ਵੀ ਰਿਲੀਜ਼ ਹੁੰਦਾ, ਬੇਸਿਕਲੀ ਕੇਅਰ ਗਿਵਰ ਦੇ ਵਿੱਚ ਵੀ, ਉਹਨਾਂ ਦੇ ਵਿੱਚ ਵੀ ਇਹ ਰਿਲੀਜ਼ ਹੁੰਦਾ ਵਾ, ਜਦੋਂ ਉਹ ਕੇਅਰ ਕਰਦੇ ਆ ਕਿਸੇ ਦੀ। ਅਸੀਂ ਕੇਅਰ, ਜੇ ਜੈਨੂਅਨ ਤੁਸੀਂ ਹਿਊਮਨ ਸਰਵਿਸ ਕਰਦੇ, ਫੋਰ ਐਗਜ਼ਾਮਪਲ ਜੇ ਕਿਸੇ ਦਾ ਵਾਲਟ ਗੁੰਮ ਹੋ ਗਿਆ, ਤੁਹਾਨੂੰ ਲੱਭ ਗਿਆ, ਤੁਸੀਂ ਉਹ ਦੇਤਾ। ਜੇ ਕਿਸੇ ਦੀ ਮਨੀ ਤੁਸੀਂ ਪਿੱਛੇ ਡਿੱਗੀ ਹੋਈ ਦੇਖੀ ਐਂਡ ਉਹਨਾਂ ਨੂੰ ਤੁਸੀਂ ਪਿੱਛੋਂ ਆਵਾਜ਼ ਮਾਰ ਕੇ ਤੁਸੀਂ ਦੇਤੀ, ਇਹਨਾਂ ਚੀਜ਼ਾਂ ਨਾਲ ਤੁਹਾਡਾ ਆਕਸੀਟੋਸਨ, ਤੁਹਾਡਾ ਉਹ ਹਾਰਮੋਨ ਰਿਲੀਜ਼ ਹੁੰਦਾ ਵਾ। ਸੋ ਜਦੋਂ ਵੀ ਜੈਨੂਅਨ ਹਿਊਮਨ ਐਕਟੀਵਿਟੀ, ਸਰਵਿਸ ਵਾਲੀਆਂ ਕਰਨੀਆਂ, ਇਹਦੇ ਨਾਲ ਤੁਹਾਡਾ ਉਹ ਕੈਮੀਕਲ ਰਿਲੀਜ਼ ਹੁੰਦਾ। ਬਾਕੀ ਐਂਡੋਰਫਿਨਸ ਇਹ ਰਿਲੀਜ਼ ਕਰਦੇ ਜਦੋਂ ਅਸੀਂ ਕਸਰਤ ਕਰਦੇ। ਸੋ ਸਾਡੀ ਸਰੀਰ ਦੀ, ਫੋਰ ਐਗਜ਼ਾਮਪਲ, ਜਦੋਂ ਅਸੀਂ ਆਪਦੇ ਸਰੀਰਕ ਨੂੰ ਪੇਨ ਦੇ ਕੇ ਕਸਰਤ ਕਰਦੇ ਹੋ, ਇਹ ਹਾਰਮੋਨ ਐਂਡੋਰਫਿਨਸ ਅਸੀਂ ਕਹਿੰਦੇ ਹਾਂ, ਉਦੋਂ ਰਿਲੀਜ਼ ਹੁੰਦੇ ਆ। ਸੋ ਐਕਸਰਸਾਈਜ਼, ਲਾਫ, ਕਿਸੇ ਵੀ ਤਰ੍ਹਾਂ, ਇਸੇ ਕਰਕੇ ਜਿਹੜੇ ਲੋਕ ਕਈ ਵਾਰ ਐਕਸਰਸਾਈਜ਼ ਕਰਨ ਲੱਗ ਜਾਂਦੇ, ਉਹ ਐਡਿਕਟਡ ਹੋ ਜਾਂਦੇ ਐਕਸਰਸਾਈਜ਼ ਤੋਂ, ਬਾਰ ਜਿਮ ਜਾਈ ਜਾਂਦੇ, ਬਿਕਾਜ਼ ਉਹਨਾਂ ਲਈ ਰੁਕਣਾ ਔਖਾ ਹੋ ਜਾਂਦਾ, ਬਿਕਾਜ਼ ਤੁਹਾਡੀ ਬਾਡੀ ਹਾਰਮੋਨ ਰਿਲੀਜ਼ ਕਰਦੀ ਆ,
ਤੁਹਾਨੂੰ ਬੈਟਰ ਮਹਿਸੂਸ ਕਰਨ ਵਾਸਤੇ। ਐਂਡ ਬਾਅਦ 'ਚ ਭਾਵੇਂ ਤੁਹਾਡੀ ਪੇਨ ਵੀ ਹੋਵੇ, ਤੁਸੀਂ ਉਹ ਪੇਨ ਵੀ ਲੈ ਲੈਣੇ, ਬਾਅਦ ਵਿੱਚ ਤੁਹਾਡੇ ਸਰੀਰ ਦੀ ਉਹ ਪੇਨ ਵੀ ਹੋਵੇ ਤਾਂ ਲੈ ਲੈਂਦੇ ਹੋ। ਸੋ ਇਹ ਸੀਗੇ ਜਿਹੜੇ ਮਾਨਸਿਕ ਤੱਤ ਸਾਨੂੰ ਚਾਹੀਦੇ ਆ। ਜੇ ਤੁਹਾਨੂੰ ਦੁਬਾਰਾ ਕਈ ਵਾਰ ਲੂਜ਼ ਟਰੈਕ ਕਰਦੇ, ਦੁਬਾਰਾ ਵੀ ਤੁਸੀਂ ਜਾ ਕੇ ਇਸ ਵੀਡੀਓ ਨੂੰ ਦੁਬਾਰਾ ਵੇਖ ਸਕਦੇ ਹੋ। ਜੇ ਮਾਨਸਿਕ ਤੱਤਾਂ ਦਾ ਸਾਡੇ ਵਿੱਚ ਹੋਣਾ ਬੜਾ ਜ਼ਰੂਰੀ ਹੈ। ਜਿਵੇਂ ਮੈਂ ਟਿਪਸ ਦਿੱਤੇ ਆ, ਤੁਸੀਂ ਇਹਨਾਂ ਮਾਨਸਿਕ ਤੱਤਾਂ ਨੂੰ ਆਪਣੀ ਜ਼ਿੰਦਗੀ ਦਾ, ਆਪਣੀ ਦਾ ਲਾਈਫ ਸਟਾਈਲ ਬਣਾਵੋ। ਤੁਹਾਡੀ ਲਾਈਫ ਦੇ ਵਿੱਚ ਐਕਸਰਸਾਈਜ਼ ਵੀ ਹੋਵੇ। ਸੌਰੀ, ਮੈਂ ਬਹੁਤ ਕਮਜ਼ੋਰ ਹਾਂ ਐਕਸਰਸਾਈਜ਼ ਦੇ ਮਾਮਲੇ ਵਿੱਚ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਇੱਕ ਲਾਈਫ ਸਟਾਈਲ ਬਿਲਡ ਕਰਨ ਦੇ, ਜਿੱਥੇ ਇੱਕ ਥੋੜ੍ਹੀ ਬਹੁਤੀ ਐਕਸਰਸਾਈਜ਼ ਮੇਰੀ ਲਾਈਫ ਦਾ ਰੋਜ਼ ਹਿੱਸਾ ਹੋਵੇ। ਸੋ ਐਕਸਰਸਾਈਜ਼, ਆਪਦੇ ਸਰੀਰ ਦੀ ਮੂਵਮੈਂਟ ਬੜੀ ਤੁਹਾਨੂੰ ਚਾਹੀਦੀ ਹੈ। ਇਹ 'ਚੋਂ ਵੀ ਤੁਹਾਨੂੰ ਮਾਨਸਿਕ ਤੱਤ ਮਿਲਦੇ ਆ। ਸਾਡੇ ਰਿਸ਼ਤਿਆਂ ਦੇ ਵਿੱਚ ਸਾਡੇ ਰਿਸ਼ਤੇ ਉਹ ਥੋੜ੍ਹੇ ਗੂੜੇ ਬਣਨ, ਅਤੇ ਫਿਜ਼ੀਕਲ ਟੱਚ ਹੋਵੇ, ਅਤੇ ਇੱਕ ਇਮੋਸ਼ਨਲ ਇੰਟੀਮੇਸੀ ਹੋਵੇ, ਐਂਡ ਇੱਕ ਦੂਜੇ 'ਤੇ ਅਸੀਂ ਵਿਸ਼ਵਾਸ ਕਰ ਪਾਈਏ। ਬਾਕੀ ਸਾਨੂੰ ਸੋਸ਼ਲ ਰੈਕਗਨਾਈਜੇਸ਼ਨ ਵੀ ਮਿਲੇ, ਅਸੀਂ ਇੱਕ ਦੂਜੇ ਦੀ ਇੱਕ ਦੂਜੇ ਨੇ ਜਦੋਂ ਚੰਗਾ ਕੰਮ ਕੀਤਾ ਸੀ ਉਹਨੂੰ ਰੈਕਗਨਾਈਜ਼ ਕਰਕੇ ਉਹਨੂੰ ਦੱਸੀਏ। ਐਂਡ ਬਾਕੀ ਇੱਕ ਗੋਲ ਵੀ ਹੋਵੇ ਸਾਡੀ ਲਾਈਫ ਦਾ, ਇੱਕ ਗੋਲ ਸੈਟਿੰਗ ਵੀ ਹੋਵੇ ਕਿ ਕੋਈ ਵੀ ਤੁਸੀਂ ਭਾਵੇਂ ਫੋਰ ਐਗਜ਼ਾਮਪਲ ਆਪਦੇ ਪਾਰਟਨਰ ਨਾਲ ਡੇਟ ਨਾਈਟ ਸੈੱਟ ਕਰਨੀ ਆ ਅੱਜ ਤੋਂ ਹਫ਼ਤੇ ਬਾਅਦ, ਐਂਡ ਤੁਸੀਂ ਲੁੱਕ ਫਾਰਵਰਡ ਕਰਦੇ ਹੋ ਕਿ ਇਸ ਦਿਨ ਅਸੀਂ ਦੋਨਾਂ ਨੇ ਬਾਹਰ ਜਾਣਾ ਵਾ, ਅਸੀਂ ਦੋਨਾਂ ਨੇ ਬਾਹਰ ਰੈਸਟੋਰੈਂਟ 'ਚ ਵਧੀਆ ਉੱਥੇ ਹੈਂਗ ਆਊਟ ਕਰਨ ਜਾਣਾ। ਸੋ ਕੋਈ ਵੀ ਪਲੇ ਡੇਟ ਹੋ ਸਕਦੀ ਤੁਹਾਡੇ ਬੱਚਿਆਂ ਵਾਸਤੇ। ਸੋ ਇਹ ਸਾਰੇ ਤੱਤ ਸਾਨੂੰ ਜ਼ਿੰਦਗੀ 'ਚ ਚਾਹੀਦੇ ਆ, ਐਂਡ ਇਹ ਸਾਰੇ ਤੱਤ ਸਾਡੀ ਲਾਈਫ ਸਟਾਈਲ ਦਾ ਹਿੱਸਾ ਹੋਣ। ਜਿਵੇਂ ਮੈਂ ਕਿਹਾ ਥੋੜ੍ਹੇ ਜਿਹੇ ਵੈਜੀਟੇਬਲਸ, ਪ੍ਰੋਟੀਨਸ, ਹਰ ਚੀਜ਼ ਜਿਹੜੀ ਤੁਹਾਡੇ ਖਾਣੇ ਦੀ ਥਾਲੀ ਦੇ ਵਿੱਚ, ਹਰ ਚੀਜ਼ ਦਾ ਉੱਥੇ ਜ਼ਰੂਰੀ ਹੋਣਾ। ਇਵੇਂ ਕਿਉਂਕਿ ਤੁਸੀਂ ਰੋਜ਼ ਖਾਣੇ, ਫੋਰ ਐਗਜ਼ਾਮਪਲ ਐ ਨਹੀਂ ਕਿ ਤੁਸੀਂ ਇੱਕ ਮੰਥ ਕਿਹਾ ਕਿ ਮੈਂ ਇਕੱਲੇ ਵੈਜੀਟੇਬਲਸ ਖਾਣੇ, ਮੈਂ ਹੋਰ ਕੁਛ ਨਹੀਂ ਖਾਣਾ, ਤੁਹਾਡੀ ਬੋਡੀ ਆਊਟ ਆਫ ਪਲੇਸ ਹੋ ਜੂਗੀ। ਇਸੇ ਕਰਕੇ ਰੋਜ਼ ਇਹ ਤੱਤ ਕੋਈ ਨਾ ਕੋਈ ਐਕਟੀਵਿਟੀ ਕਰੋ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਵੀਆਂ, ਕਿ ਇਹ ਮਾਨਸਿਕ ਤੱਤ ਤੁਹਾਨੂੰ ਰੋਜ਼ ਮਿਲਣ। ਤੁਹਾਨੂੰ ਰੋਜ਼ ਪ੍ਰੋਟੀਨ ਵੀ ਮਿਲੇ, ਤੁਹਾਨੂੰ ਰੋਜ਼ ਵਾਈਟਾਮਿਨ ਵੀ ਮਿਲਣ, ਤੁਹਾਨੂੰ ਕਾਰਬਸ ਵੀ ਮਿਲਣ, ਤੁਹਾਨੂੰ ਹੋਰ ਵੀ ਜਿਹੜੇ ਤੱਤ ਆ ਸਰੀਰਕ ਉਹ ਵੀ ਮਿਲਣ। ਇਵੇਂ ਤੁਹਾਡੇ ਮਾਨਸਿਕ, ਤੁਹਾਡੇ ਸਾਰੇ ਕੈਮੀਕਲਸ ਤੁਹਾਡੀ ਬੋਡੀ ਦੇ ਵਿੱਚ ਰਿਲੀਜ਼ ਹੋਣ। ਜੇ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਆ, ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਅਸੀਂ ਇਸ ਜਿਹੜੀ ਮਾਨਸਿਕਤਾ ਦਾ ਮੈਸੇਜ ਅਸੀਂ ਸਟਾਰਟ ਕੀਤਾ ਵਾ, ਅਸੀਂ ਵੱਧ ਤੋਂ ਵੱਧ ਸਪਰੈਡ ਕਰ ਸਕੀਏ। ਤੁਹਾਡੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਤੁਸੀਂ ਮੈਸੇजेस ਕਰਨ ਵਾਸਤੇ। ਬਾਕੀ ਅਸੀਂ ਇਹ ਕੋਰਸ ਕਰਦੇ ਰਹਾਂਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਐਂਡ ਜੇ ਤੁਹਾਡਾ ਕੋਈ ਹੋਰ ਵੀ ਮੈਸੇਜ ਹੋਵੇ, ਤੁਹਾਨੂੰ ਲੱਗਦਾ ਕਿ ਕੁਐਸਚਨ ਤੁਸੀਂ ਚਾਹੁੰਦੇ ਕਿ ਸਾਨੂੰ ਆਨਸਰ ਦੇ, ਸਾਨੂੰ ਟਿਪਸ ਚਾਹੀਦੇ ਆ, ਜਾਂ ਕੋਈ ਵੀ ਤੁਹਾਡਾ ਇੱਕ ਸਪੈਸੀਫਿਕ ਕੁਐਸਚਨ ਆ, ਤੁਸੀਂ ਸਾਨੂੰ ਫੇਸਬੁੱਕ ਮੈਸੇਜ ਕਰ ਸਕਦੇ ਹੋ। ਅਸੀਂ ਲਾਈਵ ਤੁਹਾਨੂੰ ਉਸ ਪ੍ਰੋਬਲਮ ਦੀ ਸੋਲੂਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ, ਕੋਈ ਵੀ ਲਾਈਵ ਵੀਡੀਓ ਦੇ ਵਿੱਚ, ਵਿਦਆਊਟ ਤੁਹਾਡਾ ਨਾਮ ਰਿਵੀਲ ਕੀਤੇ ਹੋਏ। ਸੋ ਥੈਂਕ ਯੂ ਸੋ ਮਚ ਐਵਰੀਵਨ, ਬੀ ਸੇਫ, ਬਾਏ।